ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਤੇ ਮੈਂ ਹਰ ਵਾਰ ਦੀ ਤਰ੍ਹਾਂ ਸੰਜੀਵ ਜੀ ਦੇ ਨਾਲ ਨਿਮਾਣਾ ਜਿਹਾ ਜਤਿੰਦਰ ਸਿੰਘ ਖਹਿਰਾ ਔਰ ਅੱਜ ਸ਼ੁਰੂਆਤ ਬੰਪਰ ਭਰਤੀ ਤੋਂ ਹੀ ਕਰ ਲੈਂਦੇ ਆ। ਭਰਤੀ ਕਾਦੀ, ਮੈਨੂੰ ਲੱਗਦਾ ਕਿ ਇਹ ਭਰਤੀ ਤੇ ਹੋ ਰੱਖੇ ਨੇ, ਇਹਨਾਂ ਨੂੰ ਰੈਗੂਲਰ ਕਰਨ ਦੀ ਜਿਹੜੀ ਗੱਲ ਹੈ ਉਹ ਮਾਨ ਸਾਹਿਬ ਕਹਿ ਰਹੇ ਨੇ। ਕੱਲ ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਬੜਾ ਕੁਝ ਹੋਇਆ। ਇੱਧਰ ਲੱਗਦਾ ਕਿ ਐਕਸ਼ਨ ਮੋਡ ਦੇ ਵਿੱਚ ਸੀਗੇ, ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਗਈਆਂ। ਉਮੀਦ ਦਾ ਜਲਦਾ ਚਿਰਾਗ ਆ, ਕਹਿੰਦੇ ਹੁਣ ਹਰ ਕਿਸੇ ਨੂੰ ਉਮੀਦ ਤੇ ਹੈ। ਹਾਲਾਂਕਿ 35,000 ਪੋਸਟਾਂ ਕਹਿੰਦੇ ਆ ਕਿ 3-4 ਮਹੀਨੇ ਹਲੇ ਲੱਗਣਗੇ ਇਹਨਾਂ ਨੂੰ ਅਮਲੀ ਜਾਮਾ ਆਉਂਦੇ ਸੋ ਇੱਕ ਮੈਨੂੰ ਲੱਗਦਾ ਕਿ ਪਹਿਲਾਂ ਵੀ ਸੀ 31,000 ਪੋਸਟਾਂ, ਤੁਹਾਨੂੰ ਯਾਦ ਹੋਵੇਗਾ। ਬਿਲਕੁਲ ਜੀ। ਤੇ ਉਹ ਕਹਿੰਦੇ ਜੀ ਗਵਰਨਰ ਹੁਣ ਸਾਹਿਬ ਨੇ ਨਹੀਂ ਸਾਈਨ ਕੀਤੇ, ਅਸੀਂ ਸਾਡੇ ਵੱਲੋਂ ਤਾਂ ਡਨ ਵੀ ਹੋ ਗਿਆ ਤੇ ਕਈ ਕਰੋੜ ਰੁਪਈਆ ਉਹ 31,000 ਪੋਸਟਾਂ ਦੇ ਜਿਹੜੇ ਇਸ਼ਤਿਹਾਰ ਹੈ ਉਹਨਾਂ ਦੇ ਖਰਚ ਕਰਨ ਤੇ ਹੀ ਲਾ ਦਿੱਤਾ। ਪੋਸਟਰ ਲਾਤੇ ਜੀ ਅਸੀਂ ਆਹ ਮੁਲਾਜ਼ਮ ਪੱਕੇ ਕਰਤੇ, ਆਹ ਮੁਲਾਜ਼ਮ ਪੱਕੇ ਕਰ ਦਿੱਤੇ। ਪਰ ਹੁਣ ਇਹ ਇਹਨਾਂ ਨੇ ਨਾਲ ਹੀ ਕਹਿ ਦਿੱਤਾ ਕਿਤੇ ਨਾ ਕਿਤੇ, ਮੈਨੂੰ ਲੱਗਦਾ ਕਿ ਇਹਨਾਂ ਨੂੰ ਵੀ ਕੰਨ ਲੱਗੇ ਹੋਏ ਆ। ਕਹਿੰਦੇ ਹੁੰਦੇ ਨਾ ਕਿ ਜਦੋਂ ਚਾਹ ਦਾ ਸੜਿਆ ਫਿਰ ਲੱਸੀ ਨੂੰ ਵੀ ਫੂਕਾਂ ਮਾਰ ਪੀਂਦਾ ਆ। ਹੁਣ ਇਹਨਾਂ ਨੂੰ ਕੰਨ ਲੱਗੇ ਹੋਏ, ਪਤਾ ਵੀ ਹੁਣ ਜੇ ਨਹੀਂ ਕੰਮ ਹੋਏ ਤਾਂ ਫਿਰ ਜਨਤਾ ਕੰਮ ਕਰਾਉਣੇ ਅੱਜ ਕੱਲ੍ਹ ਜਾਣਦੀ ਆ, ਨਹੀਂ ਤਾਂ ਫਿਰ 5 ਸਾਲ ਤੇ ਫਤਵਾ ਜਿਹੜਾ ਆ ਉਹ ਦੇਣ ਹੀ ਦਿੰਦੇ ਆ। ਸੋ ਵੱਡੀ ਗੱਲ ਹੈ ਖੈਰਾ ਸਾਹਿਬ, ਕਿਉਂ ਨਹੀਂ? ਕਿਉਂਕਿ ਬੇਰੁਜ਼ਗਾਰ ਜਨਤਾ ਬਹੁਤ ਹੈ, ਬਥੇਰੀ ਹੈ। ਹੁਣ 31,000 ਤੇ ਕੁਝ ਵੀ ਨਹੀਂ ਹੈਗਾ, ਇਹ ਤਾਂ ਊਂਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੈ। ਖੈਰ ਚਲੋ, ਸ਼ੁਰੂਆਤ ਹੈ, ਸ਼ੁਰੂਆਤ ਬਹੁਤ ਵਧੀਆ ਹੈ। ਅੱਗੇ ਹੋਰ ਸਟਰਕਚਰ ਬਿਹਤਰ ਹੋਏਗਾ ਤੇ ਹੋਰ ਵਧੀਆ ਜੌਬਸ ਕ੍ਰੀਏਟ ਹੋਣਗੀਆਂ, ਕਿਉਂਕਿ ਜਿਉਂ-ਜਿਉਂ ਜੌਬਸ ਕ੍ਰੀਏਟ ਹੋਣਗੀਆਂ ਤਿਉਂ-ਤਿਉਂ ਗਰੀਬੀ ਦੂਰ ਹੋਣੀ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਲੋਕਾਂ ਦੇ ਜੇਬ 'ਚ ਪੈਸੇ ਆਉਣਗੇ, ਡਿਮਾਂਡ ਕ੍ਰੀਏਟ ਕਰਨਗੇ ਕਿ ਸਾਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ। ਜਿਵੇਂ ਲੋਕ ਡਿਮਾਂਡ ਕ੍ਰੀਏਟ ਕਰਨਗੇ, ਉਵੇਂ ਵੱਡੀਆਂ ਫੈਕਟਰੀਆਂ ਜਿਹੜੀਆਂ ਚੀਜ਼ਾਂ ਬਣਾਉਂਦੀਆਂ ਨੇ ਉਹ ਹੋਰ ਚੀਜ਼ਾਂ ਸਪਲਾਈ ਕਰਨਗੀਆਂ, ਤਾਂ ਉਹਨਾਂ ਨਾਲ ਪੂਰਾ ਅਰਥਚਾਰਾ ਚੱਲ ਪਿਆ ਨਾ ਚੱਕਰ। ਡਿਮਾਂਡ ਸਪਲਾਈ ਔਰ ਪੰਜਾਬ ਦਾ ਅਰਥਚਾਰਾ ਅੱਗੇ ਵਧਣਾ ਸ਼ੁਰੂ ਹੋ ਗਿਆ ਔਰ ਗਰੀਬੀ ਦੂਰ ਹੋਣੀ ਸ਼ੁਰੂ ਹੋ ਗਈ, ਰੋਜ਼ਗਾਰ ਮਿਲਣੇ ਸ਼ੁਰੂ ਹੋ ਗਏ। ਆ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਹੈ ਨਾ ਨਿਮਾਣਾ ਜਿਹਾ, ਮੈਨੂੰ ਬੜੀ ਇੱਕ ਗੱਲ ਯਾਦ ਆ ਗਈ, ਚੇਤੇ ਯਾਦ ਆ ਗਈ, ਨਾਲ ਤੁਸੀਂ ਰੋਜ਼ਗਾਰ ਦੀ ਗੱਲ ਜੋੜ ਦਿੱਤੀ। ਉਹ ਹੋਇਆ ਕੀ ਸੀਗਾ ਕਿ ਇੱਕ ਜਗ੍ਹਾ ਇੱਕ ਪ੍ਰੋਗਰਾਮ ਸੀ ਤੇ ਉਹ ਬੇਰੁਜ਼ਗਾਰਾਂ ਵਾਸਤੇ ਜੋ ਰੋਜ਼ਗਾਰ ਸਮਾਚਾਰ ਹੁੰਦੇ ਨੇ ਜੀ ਕਿ ਕਿੱਥੇ ਕਿੰਨੀਆਂ ਨੌਕਰੀਆਂ ਨੇ, ਤੇ ਇੱਕ ਭਾਈ ਸਾਹਿਬ ਉਹ ਪੜ੍ਹਦੇ ਪਏ ਨੇ ਸਮਾਚਾਰ, ਤੇ ਜਦੋਂ ਸਮਾਚਾਰ ਮੁੱਕੇ ਤੇ ਕਹਿੰਦੇ ਬਈ ਇਹ ਸੀ ਅੱਜ ਦੇ ਰੋਜ਼ਗਾਰ ਸਮਾਚਾਰ, ਤੇ ਜਾਂਦੇ ਤੁਹਾਡੇ ਵਾਸਤੇ ਇੱਕ ਪ੍ਰਾਰਥਨਾ ਹੈ। ਮੈਂ ਇੱਕ ਪ੍ਰਾਰਥਨਾ ਕਰਨਾ ਚਾਹੁੰਦਾ, ਇੱਕ ਰਿਕੁਐਸਟ ਹੈ ਮੇਰੀ, ਜੇ ਤੁਹਾਡੀ ਨਜ਼ਰ 'ਚ ਕੋਈ ਚੰਗੀ ਜੀ ਨੌਕਰੀ ਹੋਵੇ ਤਾਂ ਮੈਨੂੰ ਵੀ ਦੱਸਿਓ, ਮੈਂ ਵੀ ਬੇਰੁਜ਼ਗਾਰ ਹਾਂ। ਇਹ ਤਾਂ ਹੋਈ ਗੱਲ ਸਾਰੀ ਕਿ ਨਿਮਾਣਿਆ ਜਿਹਾ ਜਿਹੜੀ ਆਪਾਂ ਗੱਲ ਕਰਦੇ ਹਾਂ। ਸੋ ਇਟਸ ਅ ਰਾਈਟ ਮੂਵ, ਬਹੁਤ ਵਧੀਆ ਮੂਵ ਹੈ ਕਿ ਆਉਂਦੇ ਹੀ ਤੁਸੀਂ ਬੇਰੁਜ਼ਗਾਰਾਂ ਦੇ ਵਾਸਤੇ ਇੱਕ ਉਮੀਦ ਜਗਾ ਦਿੱਤੀ ਆ। ਖੈਰ ਉਮੀਦ ਜਿਹੜੀ ਹੈ ਉਹਨਾਂ ਨਾਲ ਜ਼ਿੰਦਗੀ ਚੱਲਦੀ ਆ, ਪਰ ਜਿਹੜੇ ਮਾਹਿਰ ਹੁੰਦੇ ਨੇ ਨਾ ਉਹ ਕਹਿੰਦੇ ਨੇ ਕਿ ਹੋਪ ਇਜ਼ ਨਾਟ ਅ ਸਟ੍ਰੈਟਜੀ। ਉਮੀਦ ਕੋਈ ਸਟ੍ਰੈਟਜੀ ਨਹੀਂ ਹੁੰਦੀ। ਠੀਕ ਹੈ ਕਿ ਮਤਲਬ ਉਹਨਾਂ ਦਾ ਇਹ ਹੁੰਦਾ ਕਿ ਪ੍ਰੈਕਟੀਕਲੀ ਕੁਝ ਕਰਨਾ ਪਊਗਾ ਤੁਹਾਨੂੰ, ਔਰ ਵਾਕਈ ਉਹ ਪ੍ਰੈਕਟੀਕਲੀ ਕਰਦੀ ਪਈ ਗਵਰਨਮੈਂਟ, ਔਰ ਸਾਨੂੰ ਇਹ ਪਤਾ ਲੱਗਦਾ ਪਿਆ ਕਿ ਉਹੀ ਗੱਲ ਹੈ ਨਾ, ਖਰੜੇ ਤੇ ਤਾਂ ਆਉਣਾ ਹੀ ਪੈਣਾ। ਖਰੜੇ ਤੇ ਆਉਣ ਦੀ ਗੱਲ ਕੀਤੀ ਉਹਨਾਂ ਨੇ, ਕਹਿੰਦੇ 4 ਮਹੀਨਿਆਂ ਦੇ ਵਿੱਚ ਹੋ ਜਾਊਗਾ। ਨਾਲੇ ਇਹ 35,000 ਪੋਸਟਾਂ ਜਿਹੜੀਆਂ ਨੇ ਇਹ ਜਿਹੜੇ ਪਹਿਲਾਂ ਤੋਂ ਭਰਤੀ ਨੇ C ਕਲਾਸ ਤੇ D ਕਲਾਸ ਕਿਤੇ ਨਾ, ਔਰ ਸਭ ਤੋਂ ਜ਼ਿਆਦਾ ਉਹ ਕਹਿੰਦੇ ਕਿ ਅਸੀਂ ਜਿਹੜਾ ਐਜੂਕੇਸ਼ਨ ਦੇ ਵਿੱਚ 12,000 ਜਿਹੜੇ ਰੈਗੂਲਰ ਕਰਾਂਗੇ। ਉਸ ਤੋਂ ਬਾਅਦ ਸਿਹਤ ਕਰਮਚਾਰੀ ਦੀ ਗੱਲ ਆਉਂਦੀ ਆ, ਫਿਰ ਪੰਚਾਇਤੀ ਵਿਭਾਗਾਂ ਦੇ ਵਿੱਚ ਵੀ ਆ ਗਏ ਨੇ, ਫਿਰ ਬਹੁਤ ਸਾਰੇ ਹੋਰ ਵਿਭਾਗ ਜਿਹੜੇ ਛੱਲੇ ਤੋਂ ਲੈ ਕੇ ਉੱਪਰ ਤੱਕ ਆਉਂਦੇ ਨੇ। ਬਿਲਕੁਲ ਆਉਂਦੇ ਨੇ। ਔਰ ਜਦੋਂ ਪੁਲਿਸ ਵਿਭਾਗ ਦੀ ਗੱਲ ਕਰਦੇ ਨੇ ਤਾਂ ਇੱਕ ਨਵੀਂ ਰਿਪੋਰਟ ਆ ਜਾਂਦੀ ਹੈ ਕਿ ਜਿਹੜੀ ਪੂਰੀ ਭਾਰਤ ਦੀ ਵਿਵਸਥਾ ਦੇਖੀ ਜਾਵੇ ਕਿ ਜਿਹੜੀ ਪੰਜਾਬ ਦੀ ਆਬਾਦੀ ਹੈ ਉਹਦੇ ਮੁਤਾਬਿਕ ਪੁਲਿਸ ਜ਼ਿਆਦਾ ਹੈ ਤੁਹਾਡੇ ਕੋਲ ਬਾਕੀ ਸਟੇਟਸ ਦੇ ਮੁਕਾਬਲੇ ਦੇ ਵਿੱਚ। ਉੱਥੇ ਆਬਾਦੀ ਦੇ ਬਿਲਕੁਲ ਬੈਲੈਂਸ ਰੱਖੀ ਹੋਈ, ਤੁਸੀਂ ਪੁਲਿਸ ਜ਼ਿਆਦਾ ਭਰਤੀ ਕੀਤੀ ਹੋਈ ਹੈ। ਠੀਕ ਆ, ਉਹਨਾਂ ਦੀ ਆਪਣੀ ਸਟ੍ਰੈਟਜੀ ਆ, ਪਰ ਅਸੀਂ ਇਹ ਵੀ ਦੇਖਣਾ ਹੈ ਨਾ ਕਿ ਸਾਡੀ ਬਾਰਡਰ ਸਟੇਟ ਆ, ਵਾਕਈ ਕ੍ਰਾਈਮ ਵੀ ਜ਼ਿਆਦਾ ਹੋ ਸਕਦਾ, ਉਹਨੂੰ ਵੀ ਕੰਟਰੋਲ ਕਰਨਾ ਹੈ। ਨਫਰਤ ਜ਼ਿਆਦਾ ਹੋਏਗੀ ਕਿਉਂਕਿ ਸਾਨੂੰ ਉਹਦੀ ਜ਼ਰੂਰਤ ਹੈ, ਕਿਉਂਕਿ ਜਿਹੜੀ ਇਹ ਸਾਰੇ ਵਿਉਂਤਬੰਦੀ ਕਰਨ ਵਾਲੇ ਬੈਠੇ ਨੇ ਇਹਨਾਂ ਨੇ ਕੁਝ ਸੋਚ ਕੇ ਭਰਤੀ ਪਰ ਇਹ ਰਿਪੋਰਟ ਆਈ ਕਿੱਥੋਂ ਆ? ਕਿਉਂਕਿ ਮੈਂ ਪਿੱਛੇ ਜੇ ਪੜਿਆ ਸੀਗਾ ਕਿ ਸਾਡੇ ਕੋਲੇ ਸਿਰਫ 80,000 ਪੋਸਟ। ਨਹੀਂ, ਇਹ ਨਵੀਂ ਗੱਲਾਂ ਕਰਦੇ ਨੇ ਕਿਉਂਕਿ ਹਮੇਸ਼ਾ ਕੁਝ ਨਾ ਕੁਝ ਸਰਵੇ ਚੱਲਦੇ ਰਹਿੰਦੇ ਨੇ। ਅੱਜ ਕੱਲ੍ਹ ਤਾਂ ਪ੍ਰਾਈਵੇਟ ਕੰਪਨੀਆਂ ਵੀ ਬੜੇ ਸਰਵੇ ਦੇਣ ਲੱਗ ਪਈਆਂ ਨੇ, ਹਮੇਸ਼ਾ ਸਰਵੇਸ ਚੱਲਦੇ ਰਹਿਣਗੇ। ਜਿਵੇਂ ਆਪਾਂ ਦੇਖਦੇ ਨਾ ਇਲੈਕਸ਼ਨਸ ਦੇ ਦੌਰਾਨ ਆਉਂਦੇ ਰਹਿੰਦੇ ਨੇ ਐਗਜ਼ਿਟ ਪੋਲਸ ਐਂਡ ਆਲ ਦੈਟ, ਹਾਂ, ਜਿਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀਗਾ। ਪਰ ਇਸ ਵਾਰ ਐਗਜ਼ਿਟ ਪੋਲ ਨੇ ਵੀ ਕਮਾਲ ਕਰ ਦਿੱਤਾ, ਜੋ ਕਹਿੰਦੇ ਸੀਗੇ ਮੈਨੂੰ ਲੱਗਦਾ ਉਸੇ ਤਰੀਕੇ ਦੇ ਨਾਲ ਇਨ ਜੀ ਗੱਲ ਹੋ ਗਈ। ਹੁਣ ਦੇਖਣ ਵਾਸਤੇ ਇਹ ਵੀ ਤੁਹਾਨੂੰ ਮਿਲੇਗਾ ਕਿ ਅੱਗੇ ਜਾ ਕੇ ਜਿਹੜੀਆਂ ਐਗਜ਼ਿਟ ਪੋਲ ਦੇਣ ਵਾਲੀਆਂ ਕੰਪਨੀਆਂ ਨੇ ਇਹਨਾਂ ਦੀ ਵੀ ਗਿਣਤੀ ਵਧਣੀ ਸ਼ੁਰੂ ਹੋਏਗੀ। ਜਿਵੇਂ ਮਸ਼ਰੂਮ ਉਗਦੀਆਂ ਨੇ ਨਾ, ਥਾਂ ਦੇ ਖੁੰਬਾਂ ਉਗਦੀਆਂ ਨੇ, ਉਵੇਂ ਇਹ ਵੀ ਕੰਪਨੀਆਂ ਉਗਣਗੀਆਂ ਕਿਉਂਕਿ ਇਹ ਬਿਜ਼ਨਸ ਹੈ। ਹੁਣ ਅੱਗੇ ਬਿਜ਼ਨਸ ਵਧੇਗਾ, ਜਿੱਥੇ ਵੀ ਇਲੈਕਸ਼ਨਸ ਹੋਣਗੀਆਂ ਭਾਰਤ ਦੇ ਵਿੱਚ ਉੱਥੇ ਐਗਜ਼ਿਟ ਪੋਲ ਦੇਣ ਵਾਲੀਆਂ ਕੰਪਨੀਆਂ ਦਾ ਬਿਜ਼ਨਸ, ਉਹ ਅੰਗਰੇਜ਼ੀ 'ਚ ਕਹਿੰਦੇ ਹੁੰਦਾ ਨਾ ਮਸ਼ਰੂਮਿੰਗ ਗਰੋਥ। ਉਹ ਮਸ਼ਰੂਮਿੰਗ ਗਰੋਥ ਇਹੀ ਵਾਲੀ ਮਸ਼ਰੂਮਿੰਗ ਗਰੋਥ ਹੈ। ਬਲਕਿ ਜੇ ਇਹ ਮਸ਼ਰੂਮਿੰਗ ਗਰੋਥ ਚੰਗੇ ਗੁਣਾਂ ਦੀ ਹੋਵੇ, ਚੰਗੀਆਂ ਗੱਲਾਂ ਦੀ ਹੋਵੇ ਤਾਂ ਬਹੁਤ ਵਧੀਆ ਹੈ, ਕਿਉਂਕਿ ਇਸ ਵਕਤ ਲੋੜ ਵੀ ਹੈ। ਸੋ ਇਹ ਬਹੁਤ ਵਧੀਆ ਕਿ 31,000 ਨੌਕਰੀਆਂ ਡਿਕਲੇਅਰ ਕੀਤੀਆਂ ਨੇ। ਤਾਂ ਵੈਸੇ ਵੀ ਦੇਖੀਏ 37,000 ਕਰੋੜ ਦਾ ਬਜਟ ਆ, ਜਿਹੜਾ ਇੰਟੈਰਿਮ ਬਜਟ ਦਿੱਤਾ, ਜਿਹੜਾ ਆਪਾਂ ਜੂਨ ਤੱਕ ਖਰਚ ਕਰਨਾ ਹੈ, ਤੇ ਜੂਨ ਵਿੱਚ ਆਊਗਾ ਆਪਣਾ ਮੇਨ ਬਜਟ।
ਤੇ ਉਦੋਂ ਪੂਰੀ ਸਟ੍ਰੈਟਜੀ ਆਊਗੀ ਕਿ ਇਹ ਤੁਹਾਡੀ ਜਿਹੜੀ ਇਕਨੋਮਿਕ ਪਾਵਰ ਹੈਗੀ ਆ ਉਹਨੂੰ ਵਧਾਉਣਾ ਕਿਵੇਂ ਹੈ, ਕਿਉਂਕਿ ਇਸ ਵਕਤ ਤਾਂ ਸਿਰਫ ਇਹ ਹੈ ਨਾ ਕਿ ਸਟੇਟ ਨੂੰ ਚਲਾਉਣਾ ਹੈ ਤੁਸੀਂ। ਇਸ ਤੋਂ ਇਲਾਵਾ ਜੇ ਕਹਿ ਲਈਏ ਕਿ ਇਹ ਜਿਹੜੀ ਭਰਤੀ ਹੈ 80,000, ਜੇ ਆਪਾਂ ਕਹਿ ਲਈਏ ਕਿ ਉਮੀਦ ਹੈ ਕਿ 80,000 ਰੈਗੂਲਰ ਹੋ ਜਾਣਗੇ, ਚੰਗੇ ਤਰੀਕੇ ਥਾਂ ਲੱਗ ਜਾਣਗੇ ਹਾਂਜੀ, ਕਿਉਂਕਿ 35,000 ਤਾਂ ਇਧਰੋਂ ਰੈਗੂਲਰ ਕਰਤੇ ਔਰ 25,000 ਦੇ ਉਹ ਕਹਿੰਦੇ ਜੇ ਅਸੀਂ ਨੋਟੀਫਿਕੇਸ਼ਨ ਕਰਨਾ ਅਲੱਗ-ਅਲੱਗ ਵਿਭਾਗਾਂ 'ਚ, ਉਹਦੇ ਵਿੱਚ ਪੰਜਾਬ ਪੁਲਿਸ ਵੀ ਆਉਂਦੀ ਆ, ਕਿਉਂਕਿ ਚੰਨੀ ਸਰਕਾਰ ਫਿਰ ਦੁਬਾਰਾ ਤੋਂ ਆਉਂਦੀ। ਹੁਣ ਤੁਲਨਾ ਬਹੁਤ ਕਰਨੀ ਬਣਦੀ ਆ। ਮੈਨੂੰ ਬਹੁਤੇ ਲੋਕ ਕਹਿੰਦੇ ਸੀ ਵੀ ਆਪਾਂ ਨੂੰ ਹੁਣ ਪੁਰਾਣੀ ਸਰਕਾਰ ਦੀ ਗੱਲ ਨਹੀਂ ਕਰਨੀ ਚਾਹੀਦੀ। ਕਿਉਂ ਨਹੀਂ ਕਰਨੀ ਚਾਹੀਦੀ? ਮੈਨੂੰ ਤਾਂ ਲੱਗਦਾ ਕਰਨੀ ਚਾਹੀਦੀ ਆ। ਉਹਨਾਂ ਨੇ ਬੜੀਆਂ ਭਰਤੀਆਂ ਕੱਢੀਆਂ, ਸੰਜੀਵ ਜੀ ਤੁਹਾਨੂੰ ਵੀ ਪਤਾ ਹੋਣਾ ਆ। ਭਰਤੀ ਕੱਢੀ ਸੀ ASI ਦੀ, ਭਰਤੀ ਕੱਢੀ ਸੀ CID ਦੀ, ਭਰਤੀ ਕੱਢੀ ਸੀਗੀ ਬੜੇ ਸਾਰੇ ਵਿਭਾਗ, ਮਤਲਬ ਪੰਜਾਬ ਪੁਲਿਸ ਦੀਆਂ 1700 ਰੁਪਇਆ ਇੱਕ ਵੈਕੈਂਸੀ ਦਾ ਬੱਚਿਆਂ ਨੇ ਭਰਿਆ। ਉਸ ਤੋਂ ਬਾਅਦ ਇਹਨਾਂ ਨੇ ਪੇਪਰ ਨਹੀਂ ਲਏ। ਜੇ ਪੇਪਰ ਕਿਸੇ ਚੀਜ਼ ਦੇ ਲਏ ਸੀ ਉਹ ਸਿਰਫ ਕਾਂਸਟੇਬਲ ਦੇ ਲਏ ਸੀ, ਉਹਦਾ ਰਿਜ਼ਲਟ ਵੀ ਆਇਆ ਸੀਗਾ। ਪੇਪਰ ਇਹਨਾਂ ਨੇ ਹੋਰ ਵੀ ਵੈਕੈਂਸੀਆਂ ਦੇ ਲਏ ਪਰ ਉਹਨਾਂ ਦੇ ਰਿਜ਼ਲਟ ਨਹੀਂ ਆਏ। ਸੋ ਕਿੱਡੀ ਹਾਸੋਹੀਣੀ ਗੱਲ ਕਰਕੇ ਤੁਸੀਂ ਆਪਣੇ ਘਰਾਂ ਦੇ ਵਿੱਚ 에ਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬਹੁਤ ਵੱਡਾ ਧੋਖਾ ਕਰ ਲਿਆ ਸੀ ਪੰਜਾਬ ਦੇ ਨਾਲ? ਹੁਣ ਮਾਨ ਸਾਹਿਬ ਹੁਣਾਂ ਨੇ ਆਉਂਦਾ ਹੀ ਕੀਰ ਦਿੱਤਾ ਕੰਮ। ਇਹ ਉਹ ਕੰਮ ਜਿਹੜਾ ਚੰਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਪਿੰਡ 'ਚ ਵੜਦੇ ਆਂ, ਸਾਡਾ ਪਹਿਲੀ ਬੋਲੀ ਜਿਹੜੀ ਆ ਉਹ ਰੋਜ਼ਗਾਰ ਦੇ ਨਾਮ ਤੇ ਹੋਏਗੀ। ਉਹੀ ਮੁੱਦੇ ਆ ਜਿਹੜੇ ਇਹ ਐਡਰੈਸ ਕਰਨ ਦੇ ਔਰ ਪਹਿਲੇ ਹਫਤੇ 'ਚ ਹੀ ਐਡਰੈਸ ਕਰ ਲਏ। ਤੁਸੀਂ ਉਸ ਦਿਨ ਵੀ ਕਹਿੰਦੇ ਸੀ ਵੀ ਇਹਨਾਂ ਨੂੰ ਓਥ ਦੇ ਉੱਤੇ ਇੰਨਾ ਕੁਝ ਤਾਮਝਾਮ ਨਹੀਂ ਕਰਨਾ ਚਾਹੀਦਾ, ਕੰਮ ਕਰਨਾ ਚਾਹੀਦਾ, ਸਿੱਧੀ ਗੱਲ ਆ। ਪਰ ਮੈਨੂੰ ਲੱਗਦਾ ਕਿ ਬਹੁਤ ਚੰਗੀ ਗੱਲ ਆ ਜੇ ਇਹਨਾਂ ਨੇ ਪਹਿਲੇ ਹਫਤੇ ਇਹ ਕੰਮ ਕਰ ਲਏ। ਹਾਲੇ ਤਾਂ ਬਹੁਤ ਸਾਲ ਪਏ ਹਨ, ਅਜੇ ਤਾਂ ਟਾਈਮ ਪਿਆ ਹੈ, ਬਹੁਤ ਟਾਈਮ ਪਿਆ। ਬਹੁਤ ਵਧੀਆ ਗੱਲ ਤੁਸੀਂ ਇਹ ਕਰਦੇ ਪਏ ਹੋ ਕਿ ਜਿਹੜੀ ਇਹ ਸ਼ੁਰੂਆਤ ਹੀ ਬਹੁਤ ਵਧੀਆ ਹੋਈ ਆ। ਔਰ ਜਿਹੜੀ ਆਪਾਂ ਗੱਲ ਕਰਦੇ ਪਏ ਆ ਕਿ ਨੌਕਰੀਆਂ, ਹੁਣ ਸਭ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ। ਵਾਕਈ ਇਹਦੇ ਚ ਕੋਈ ਉਹ ਗੱਲ ਹੀ ਨਹੀਂ ਹੈ। ਸਾਡੇ ਕੋਲ ਸਾਰੇ ਸੈਕਟਰਸ ਹੈਗੇ ਨੇ। ਐਗਰੀਕਲਚਰ ਸੈਕਟਰ ਹੈ, ਸਾਡੇ ਕੋਲ ਇੰਡਸਟਰੀ ਪਈ ਹੋਈ ਹੈ, ਇੰਡਸਟਰੀ ਨੂੰ ਡਿਵੈਲਪ ਕਰਨਾ ਹੈ, ਸਾਡੇ ਕੋਲ ਸਰਵਿਸ ਸੈਕਟਰ ਪਿਆ ਹੋਇਆ, ਸਭ ਜਗ੍ਹਾ ਦੇ ਉੱਤੇ ਜੌਬਸ ਕ੍ਰੀਏਟ ਕਰਨੀਆਂ ਨੇ। ਇਸ ਵਕਤ ਟਾਈਮ ਕੀ ਆ ਕਿ ਸਕਿੱਲ ਡਿਵੈਲਪਮੈਂਟ, ਹੁਨਰ ਦਾ ਵਿਕਾਸ ਹੋਣਾ ਚਾਹੀਦਾ ਤਾਂ ਕਿ ਆਪਣਾ ਕਾਰੋਬਾਰ ਵੀ ਖੋਲ੍ਹਣ। ਤੁਸੀਂ ਐਂਟਰਪ੍ਰੈਨਿਓਰ ਬਣੋ, ਤੁਸੀਂ ਬਾਕੀਆਂ ਨੂੰ ਇੰਪਲੋਇਮੈਂਟ ਦਿਓ। ਗਵਰਨਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਕਿ ਜਿਹੜੇ ਬੰਦੇ ਆਪਣਾ ਕੰਮ ਕਰ ਸਕਦੇ ਨੇ, ਕਈ ਤਾਂ ਹੁੰਦੇ ਨੇ ਨਾ ਨੌਕਰੀ ਕਰ ਸਕਦੇ ਨੇ, ਉਹਨਾਂ ਦੇ ਅੰਦਰ ਉਹ ਕੈਪੈਸਿਟੀ ਨਹੀਂ ਹੈ ਬਿਜ਼ਨਸ ਸਟਾਰਟ ਕਰ ਸਕਣ, ਉਹਨਾਂ 'ਚ ਉਹ ਕਾਬਲੀਅਤ ਨਹੀਂ ਹੈ, ਨੌਕਰੀ ਦੀ ਕਾਬਲੀਅਤ ਹੈ। ਖੈਰ ਠੀਕ ਹੈ, ਉਹਨਾਂ ਨੂੰ ਨੌਕਰੀ ਦਿਓ। ਕਿਸੇ ਦੀ ਸਕਿੱਲ ਡਿਵੈਲਪਮੈਂਟ ਹੈ, ਕਿਉਂਕਿ ਜ਼ਿਆਦਾ ਪੜ੍ਹ ਲਿਖ ਨਹੀਂ ਸਕਦੇ ਪਰ ਉਹਨੂੰ ਰੁਜ਼ਗਾਰ ਦੇ ਲਾਇਕ ਤਾਂ ਆਪਾਂ ਕਰਨਾ ਹੈ ਨਾ। ਤਾਂ ਇਸ ਕਰਕੇ ਉਹਦੇ ਕੋਈ ਹੁਨਰ ਦਾ ਵਿਕਾਸ ਕਰੋ, ਉਹਨਾਂ ਨੂੰ ਤਰ੍ਹਾਂ ਦੇ ਕੰਮ ਧੰਦੇ ਆਪਾਂ ਸਿਖਾ ਸਕਦੇ ਹਾਂ ਜਿਹੜੇ ਐਗਰੀਕਲਚਰ ਨਾਲ, ਖੇਤੀਬਾੜੀ ਨਾਲ ਜੁੜੇ ਹੋਏ ਨੇ, ਕਿਉਂਕਿ ਖੇਤੀਬਾੜੀ ਦੇ ਵਿੱਚ ਵੀ ਇੰਨੀ ਨੌਕਰੀ ਨਹੀਂ ਰਹਿ ਗਈ। ਖੇਤ ਮਜ਼ਦੂਰ ਵੀ ਬੈਠੇ ਨੇ ਔਰ ਖੇਤ ਮਜ਼ਦੂਰ ਦੇ ਵਿੱਚ ਖੇਤ ਮਜ਼ਦੂਰ ਔਰਤਾਂ ਵੀ ਹੈਗੀਆਂ ਨੇ। ਤੁਸੀਂ ਵੀ ਉਹ ਪੜ੍ਹਿਆ ਹੋਣਾ, ਜਿਹੜਾ ਮੈਂ ਵੀ ਪੜ੍ਹਿਆ, ਕਹਿੰਦੇ ਕਿ ਖੇਤੀ ਦੇ ਵਿੱਚ ਸਭ ਤੋਂ ਜ਼ਿਆਦਾ ਛੁਪੀ ਬੇਰੁਜ਼ਗਾਰੀ ਆ, ਕਿਉਂਕਿ ਇੱਕੋ ਪਰਿਵਾਰ ਦੇ ਸਾਰੇ ਜੀ ਖੇਤੀ ਕਰਨ ਲੱਗ ਜਾਂਦੇ ਹੋ, ਜਿੰਨਾ ਫਿਰ ਆਉਂਦਾ ਆ ਲਾਗਤ ਤੋਂ ਬਾਅਦ ਉਹ ਸਾਰਿਆਂ ਦੇ ਵਿੱਚ ਵੰਡਣਾ ਹੁੰਦਾ। ਇੱਕ ਤਾਂ ਖੈਰਾ ਸਾਹਿਬ ਇਹ ਹੈ ਕਿ ਤੁਹਾਡੇ ਕੋਲ ਇੰਪਲੋਇਮੈਂਟ, ਇੱਕ ਹੈ ਅੰਡਰ ਇੰਪਲੋਇਮੈਂਟ, ਕਿ ਇੱਕ ਬੰਦਾ ਜ਼ਿਆਦਾ ਵਧੀਆ ਕੰਮ ਕਰਨ ਦੇ ਕਾਬਿਲ ਹੈ ਪਰ ਉਹਨੂੰ ਉਹ ਕੰਮ ਨਹੀਂ ਮਿਲਦਾ, ਇਸ ਕਰਕੇ ਗੁਜ਼ਾਰੇ ਵਾਸਤੇ ਉਹਨੂੰ ਕੋਈ ਵੀ ਕੰਮ ਕਰਨਾ ਪੈ ਰਿਹਾ। ਇੱਕ ਆਹ ਬੜੀ ਤਰਾਸਦੀ ਹੈਗੀ ਆ। ਹਰ ਬੰਦੇ ਨੂੰ ਉਹਦੇ ਹੁਨਰ ਦੇ ਮੁਤਾਬਿਕ ਕੰਮ ਮਿਲੇ, ਉਹ ਇੱਕ ਵਧੀਆ ਗੱਲ ਹੋਏਗੀ। ਤਾਂ ਉਹ ਆਉਣ ਵਾਲੇ ਸੈਕਟਰ, ਇਹ ਤਿੰਨੋਂ ਸੈਕਟਰ ਵੀ ਹੁੰਦੇ ਨੇ ਆਪਣੇ ਕੋਲ। ਇੰਡਸਟਰੀ ਹੁੰਦੀ ਆ, ਇੱਕ ਹੁੰਦੀ ਆ ਆਪਣੇ ਕੋਲ ਖੇਤੀਬਾੜੀ, ਇੱਕ ਸਰਵਿਸ ਸੈਕਟਰ ਆ ਜਾਂਦਾ ਜਿਸ ਅਲੱਗ ਸਹੂਲਤਾਂ ਦਿੱਤੀਆਂ ਜਾਂਦੀਆਂ। ਤਿੰਨਾਂ ਨੂੰ ਲੈ ਕੇ ਤੁਰਨਾ ਪਊਗਾ। ਹੁਣ ਗਵਰਨਮੈਂਟ ਨੂੰ ਇਸ ਕਰਕੇ ਇਨੀਸ਼ੀਏਟਿਵ ਲੈਣਾ ਪਊਗਾ ਕਿ ਜਿੱਥੇ ਗਵਰਨਮੈਂਟ ਦੀ ਇਨਵੈਸਟਮੈਂਟ ਹੈ ਉੱਥੇ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੱਲਾਸ਼ੇਰੀ ਮਿਲ ਜਾਂਦੀ, ਕਿਉਂਕਿ ਉਹਦਾ ਵਿਸ਼ਵਾਸ ਬਣਦਾ ਕਿ ਗਵਰਨਮੈਂਟ ਇੱਥੇ ਇਨਵੈਸਟ ਕਰਦੀ ਪਈ ਹੈ। ਜੇ ਗਵਰਨਮੈਂਟ ਆਪਣੇ ਪੱਲਿਓਂ ਲਾ ਕੇ ਸਭ ਕੁਝ ਹੀ ਨਿੱਜੀਕਰਨ, ਪ੍ਰਾਈਵੇਟਾਈਜੇਸ਼ਨ ਇਹ ਸਭ ਚਲੇ ਜਾਓ ਤਾਂ ਫਿਰ ਉਹ ਬੰਦਾ ਆਪਣਾ ਮੁਨਾਫਾ ਦੇਖੂਗਾ ਤੇ ਆਪਣੇ ਮੁਨਾਫੇ ਦੇ ਮੁਤਾਬਿਕ ਉੱਥੇ ਇਨਵੈਸਟ ਕਰੂਗਾ ਜਿੱਥੇ ਉਹਨੂੰ ਲੱਗੇਗਾ ਪੂਰੀ ਸਟੇਬਿਲਿਟੀ ਹੈ। ਤਾਂ ਇਸ ਵਕਤ ਗਵਰਨਮੈਂਟ ਨੂੰ ਕਰਨਾ ਪਏਗਾ, ਇੱਕ ਤਾਂ ਪੋਲੀਟੀਕਲ ਸਟੇਬਿਲਿਟੀ ਦੇਣੀ ਪਊਗੀ, ਸਥਿਰਤਾ ਹੈ ਬਈ, ਕੋਈ ਇੱਕ ਖਿੱਚਾਤਾਣੀ ਨਹੀਂ ਹੈ। ਦੂਸਰਾ ਪੋਲੀਟੀਕਲ ਇੱਛਾ ਸ਼ਕਤੀ ਸ਼ੋਅ ਕਰਨੀ ਪਏਗੀ ਕਿ ਅਸੀਂ ਵਾਕਈ ਕੰਮ ਕਰਨਾ ਚਾਹੁੰਦੇ ਹਾਂ, ਕਿਉਂਕਿ ਬਾਰਡਰ ਸਟੇਟ ਆ। ਤੁਸੀਂ ਦੇਖੋ ਬਾਰਡਰਸ ਦੇ ਉੱਤੇ ਕੋਈ ਡਿਵੈਲਪਮੈਂਟ ਹੈ ਨਹੀਂ, ਨਾ ਉੱਥੇ ਇੰਡਸਟਰੀ ਹੈ। ਐਗਰੀਕਲਚਰ ਦਾ ਵੀ ਇਹ ਹਾਲ ਹੈ ਕਿ ਕਈਆਂ ਦੀਆਂ ਜ਼ਮੀਨਾਂ ਪਾਕਿਸਤਾਨ ਵੱਲ ਨੇ, ਉਹਨਾਂ ਨੂੰ ਰੋਜ਼ ਜਾਣਾ ਪੈਂਦਾ ਬਾਰਡਰ ਪਾਰ ਕਰਕੇ। ਉੱਥੇ ਤਾਂ ਬਹੁਤ ਔਖਾ ਹੈ। ਉਹ ਸਭ ਧਿਆਨ ਦੇਣਾ ਪਏਗਾ ਕਿਉਂਕਿ ਉਹ ਵੀ ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੇ ਵੀ ਵੋਟਿੰਗ ਦੇ ਵਿੱਚ, ਉਹਨਾਂ ਨੇ ਵੀ ਇਲੈਕਸ਼ਨਸ ਦੇ ਵਿੱਚ ਵੋਟ ਪਾਈ ਹੈ ਬਈ, ਉਹ ਵੀ ਜਿਤਾਇਆ ਤੁਹਾਨੂੰ ਉਹਨਾਂ ਨੇ। ਹਾਂ, ਕਈ ਇਲਾਕਿਆਂ ਨੇ ਬਿਲਕੁਲ ਬਾਈਕਾਟ ਕੀਤਾ ਸੀ ਕਿ ਕਈ ਥਾਵਾਂ ਤੇ ਤਾਂ ਪੁਲ ਵੀ ਨਹੀਂ ਬਣੇ ਜੋ ਆਜ਼ਾਦੀ ਦੇ ਵੇਲੇ ਦੇ ਗੱਲ ਹੁੰਦੀ ਪਈ ਹੈ। ਬੜੇ ਸਾਰੇ ਉਦਾਂ ਥਾਂ ਨੇ ਔਰ ਵਾਕਈ ਜਿਹੜੇ ਤੁਸੀਂ ਗੱਲ ਕਹਿੰਦੇ ਹੋ ਕੰਢੀ ਏਰੀਆਜ਼ ਦੇ ਉੱਤੇ, ਵਾਕਈ ਬਹੁਤ ਔਖਾ ਉਹਨਾਂ ਦਾ। ਚਲੋ ਹੁਣ ਆਪਾਂ ਰੋਜ਼ਗਾਰ ਵਾਲੇ ਮਸਲੇ ਤੋਂ ਨਿਕਲ ਕੇ ਅੱਜ ਵੀ ਐਕਸ਼ਨ ਪਲਾਨ ਰਿਹਾ 23 ਮਾਰਚ ਹੈ। ਮੈਨੂੰ ਲੱਗਦਾ ਸ਼ੁਰੂਆਤ ਦੇ ਵਿੱਚ ਸਾਨੂੰ ਇਹਦੀ ਗੱਲ ਕਰਨੀ ਚਾਹੀਦੀ ਸੀ ਪਰ ਕਹਿੰਦੇ ਹੁੰਦੇ ਦੇਰ ਆਏ ਦੁਰੁਸਤ ਹੈ ਕਿ ਅੱਜ ਬਹੁਤ ਵੱਡਾ ਦਿਨ ਹੈ ਨਾ, ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੀ ਬਦੌਲਤ ਤੁਸੀਂ ਇੱਥੇ ਬੈਠੇ ਹੋ, ਮੈਂ ਇੱਥੇ ਬੈਠਾ ਹਾਂ ਤੇ ਖੁੱਲ੍ਹ ਕੇ ਬੋਲਣ ਡਏ ਹੋ, ਹੈ ਨਾ। ਉਹ ਚੀਜ਼ ਆ ਤੇ ਅੱਜ ਉਸੇ ਚੀਜ਼ ਦੇ ਵਿੱਚ ਫਿਰ ਦੁਬਾਰਾ ਤੋਂ ਐਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆਏ ਭਗਵੰਤ ਮਾਨ। ਮੋਡ ਚਾਹੀਦਾ ਹੈ ਆਪਾਂ ਨੂੰ ਬਿਲਕੁਲ, ਕਿਉਂਕਿ ਜਿਹੜੀ ਇਹਨਾਂ ਨੇ ਪਹਿਲੇ ਦਿਨ ਗੱਲ ਕੀਤੀ ਹੈ ਨਾ ਭਗਤ ਸਿੰਘ ਦੀ ਸੋਚ, ਇਹ ਬਹੁਤ ਵੱਡੀ ਗੱਲ ਹੈ।
ਇਹ ਬਹੁਤ ਵੱਡੀ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਆਪਣੇ ਸਿਰ ਦੇ ਉੱਤੇ। ਨਾਲੇ ਭਗਤ ਸਿੰਘ ਜੀ ਨੂੰ ਯਾਦ ਕਰਦੇ ਹੋਏ ਪ੍ਰਤੀਕ ਦੇ ਰੂਪ ਦੇ ਵਿੱਚ ਤੁਸੀਂ ਜਿਹੜੀ ਪੱਗ ਬੰਨ੍ਹਦੇ ਹੋ ਬਸੰਤੀ, ਉਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਸਾਰਿਆਂ ਦੇ ਸਿਰ ਦੇ ਉੱਤੇ। ਹੁਣ ਹਰ ਫੈਸਲਾ ਤੁਹਾਨੂੰ ਭਗਤ ਸਿੰਘ ਦੀ ਸੋਚ ਦੇ ਮੁਤਾਬਿਕ ਕਰਨਾ ਪਏਗਾ। ਭਗਤ ਸਿੰਘ ਨੇ ਪਹਿਲੀ ਗੱਲ ਕਹੀ ਸੀ ਕਿਰਤੀਆਂ ਦਾ ਰਾਜ ਹੋਣਾ ਚਾਹੀਦਾ, ਮਤਲਬ ਜਿਹੜੇ ਆਪਣੇ ਹੱਥੀਂ ਕੰਮ ਕਰਦੇ ਨੇ। ਇਸ ਕਰਕੇ ਜਿਹੜੀ ਉਹ ਲੋਟੂ ਜਮਾਤ ਹੈਗੀ ਹੈ ਨਾ, ਜਿਹੜੀ ਲੋਕਾਂ ਦਾ ਸਰਮਾਇਆ ਲੁੱਟਦੀ ਹੈ, ਲੋਕਾਂ ਦੀ ਕਿਰਤ ਨੂੰ ਲੁੱਟਦੀ ਹੈ, ਜਿਹੜੇ ਇਹ ਕੁਦਰਤੀ ਸਾਧਨ ਨੇ ਇਹਨਾਂ ਨੂੰ ਲੁੱਟਦੀ ਹੈ, ਉਹਦੇ ਉੱਤੇ ਨਕੇਲ ਪਾਉਣੀ ਪੈਣੀ ਆ। ਭਗਤ ਸਿੰਘ ਦੀ ਪਹਿਲੀ ਸੋਚ। ਨੰਬਰ 2, ਜਿਹੜਾ ਸਭ ਕੁਝ ਸੈਂਟਰਲਾਈਜ਼ ਕਰੀ ਜਾਂਦੇ, ਸਾਰੀ ਪਾਵਰ ਮੇਰੇ ਕੋਲ ਹੋਵੇ, ਸਾਰੀ ਪਾਵਰ ਮੇਰੇ ਕੋਲ ਹੋਵੇ, ਉਹਨੂੰ ਡੀਸੈਂਟਰਲਾਈਜ਼ ਕਰਨਾ ਪਏਗਾ, ਕਿਉਂਕਿ ਲੋਕਤੰਤਰ ਹੈ, ਜਮਹੂਰੀਅਤ ਦੀ ਤਾਕਤ ਸਭ ਕੋਲ ਹੋਣੀ ਚਾਹੀਦੀ ਆ। ਦੂਸਰੀ ਸੋਚ। ਤੀਸਰੀ ਸੋਚ, ਪਰਿਵਾਰਵਾਦ ਖਤਮ ਹੋਣਾ ਚਾਹੀਦਾ। ਨਹੀਂ, ਜਿਹੜੇ ਹੋਣਾ ਚਾਹੀਦਾ ਉਹ ਤੇ ਫਿਰ ਆਉਨੇ ਆ। ਮੈਨੂੰ ਲੱਗਦਾ ਕਿ ਜੋ ਭਗਤ ਸਿੰਘ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਤਾਂ ਦੇ ਰਹੇ ਨੇ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਚਲੋ ਹਾਲੇ ਸ਼ੁਰੂਆਤ ਦੇ ਵਿੱਚ ਤੇ ਇਹੀ ਦਿਖਦਾ ਪਿਆ। ਇੱਕ ਨਾ ਖੈਰਾ ਸਾਹਿਬ ਇਹ ਦੇਖਣਾ ਪਏਗਾ, ਭਗਵੰਤ ਮਾਨ ਸਾਹਿਬ ਰੈਡੀ ਨੇ, ਉਹਨਾਂ ਕੋਲ ਉਹ ਲਿਟਰੇਚਰ ਵੀ, ਉਹਨਾਂ ਨੇ ਪੜ੍ਹਿਆ ਵੀ ਹੈ ਭਗਤ ਸਿੰਘ ਨੂੰ, ਉਹ ਸੋਚ ਨੂੰ ਸਮਝਦੇ ਹੋ। ਬਾਕੀ ਵਿਧਾਇਕ ਸਮਝਦੇ ਨੇ ਕਿ ਨਹੀਂ ਸਮਝਦੇ, ਉਹਨਾਂ ਨੇ ਭਗਤ ਸਿੰਘ ਨੂੰ ਪੜ੍ਹਿਆ ਕਿ ਨਹੀਂ ਪੜ੍ਹਿਆ। ਬੜੀ ਹਾਸੋਹੀਣੀ ਆਪਾਂ ਗੱਲ ਕਰਦੇ ਸੀਗੇ, ਉਸੇ ਗੱਲ ਕੜੀ ਦੇ ਵਿੱਚ ਨਾ ਅੱਜ ਇੱਕ ਟਵੀਟ ਵੀ ਆ ਗਿਆ। ਹਾਂਜੀ, ਰਾਜਾ ਵੜਿੰਗ ਸਾਹਿਬ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫਿਰ ਦੁਬਾਰਾ ਟਵੀਟ ਕੀਤਾ ਆ, ਤੇ ਉਸੇ ਪੁਰਾਣੇ ਇੱਕ ਟਵੀਟ ਆ, ਕੇਜਰੀਵਾਲ ਸਾਹਿਬ ਦਾ ਟਵੀਟ ਆ। ਉਹ ਟਵੀਟ ਦਾ ਰੈਫਰੈਂਸ ਦੇ ਕੇ ਕਹਿੰਦਾ, ਭਗਵੰਤ ਮਾਨ ਜੀ ਦੱਸੋ ਤੁਹਾਡੇ ਸੁਪਰੀਮੋ ਨੂੰ ਤਾਂ ਪਤਾ ਨਹੀਂ, ਕਿਤੇ ਸੁਪਰੀਮੋ ਨੇ 27 ਤਰੀਕ ਨੂੰ ਮਾਫ ਕਰਨਾ 22 ਤਰੀਕ ਨੂੰ ਕੀਤਾ ਹੋਗਾ PM ਮੋਦੀ ਨੂੰ, ਕਿ ਜਿਹੜੇ ਸ਼ਹੀਦ ਹੁੰਦੇ ਨੇ, ਸ਼ਹੀਦ ਪਰਿਵਾਰ ਹੁੰਦੇ ਨੇ, ਉਹਨਾਂ ਨੂੰ ਇਸ ਸਕੀਮ ਦੇ ਅੰਦਰ, ਕੋਈ ਭਗਤ ਸਿੰਘ ਦੇ ਜਨਮ ਦਿਨ ਦੇ ਅੰਦਰ ਕੋਈ ਸਕੀਮ ਇਦਾਂ ਦੀ ਬਣਾਈ ਦਿੱਤੀ ਜਾਵੇ ਕਿ ਸ਼ਹੀਦਾਂ ਨੂੰ ਵੱਡਾ ਮੁਆਵਜ਼ਾ ਮਿਲ ਸਕੇ। ਹਾਂਜੀ, ਤੇ ਉਹ ਟਵੀਟ ਜਿਹੜਾ ਕੀਤਾ ਹੋਇਆ ਸੀਗਾ ਕੇਜਰੀਵਾਲ ਸਾਹਿਬ ਨੇ, ਉਸ ਟਵੀਟ ਦਾ ਰੈਫਰੈਂਸ ਲੈ ਕੇ ਸਕਰੀਨਸ਼ਾਟ ਲਾ ਕੇ ਟਵਿੱਟਰ ਤੇ ਉੱਤੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੇ ਸੁਪਰੀਮੋ ਨੂੰ ਤਾਂ ਪਤਾ ਨਹੀਂ ਆ ਵੀ ਕਦੋਂ ਦੀ ਡੇਟ ਹੁੰਦੀ ਆ। ਦਰਅਸਲ ਕੱਲ ਗੱਲ ਆਪਾਂ ਕਰਦੇ ਹੀ ਸੀਗੇ ਕਿ ਗੱਲ ਹੋਈ ਸੀ, ਬਰਥ ਡੇਟ ਪੁੱਛੀ ਸੀਗੀ, ਤੇ ਉਸ ਬਰਥ ਡੇਟ ਤੋਂ ਲੈ ਕੇ ਤੇ ਫਿਰ ਉਹਨਾਂ ਨੇ ਬਰਥ ਡੇਟ ਵੀ ਕਲੀਅਰ ਕਰਕੇ ਦੱਸ ਦਿੱਤੀ ਆ ਜੀ ਕਿ 29 ਦਸੰਬਰ ਆ। ਸੋ ਕਿਤੇ ਨਾ ਕਿਤੇ ਸੈਪਟੈਂਬਰ 29 ਸੈਪਟੈਂਬਰ 1907 ਹੈ ਨਾ, ਤੇ ਉਹ ਕਲੀਅਰ ਕਰਕੇ ਦੱਸ ਦਿੱਤੀ। ਪਰ ਹੁਣ ਚਲੋ ਤੁਹਾਨੂੰ ਉਸ ਟਾਈਮ ਤੇ ਕੁਝ ਆਇਆ ਨਹੀਂ, ਜਦੋਂ ਤੁਹਾਨੂੰ ਨਹੀਂ ਪੁੱਛਿਆ, ਚਲੋ ਹੁਣ ਤੁਸੀਂ ਉਸ ਦਿਨ ਕਹਿੰਦੇ ਸੀ ਵੀ ਮੈਨੂੰ ਡੇਟ ਯਾਦ ਨਹੀਂ ਹੈਗਾ ਨਾ, ਇਹ ਨਹੀਂ ਯਾਦ, ਤੇ ਸਾਨੂੰ ਇਹ ਚ ਘਬਰਾਉਣ ਵਾਲੀ ਕਿਹੜੀ ਗੱਲ ਆ? ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਥੇਰੀਆਂ ਗੱਲਾਂ ਦਾ ਸਾਨੂੰ ਨਹੀਂ ਪਤਾ, ਅਸੀਂ ਕੋਈ ਇਨਸਾਈਟ, ਔਰ ਕਈ ਵਾਰੀ ਸਾਨੂੰ ਕੋਈ ਅਚਾਨਕ ਪੁੱਛ ਲੈਂਦਾ, ਸਾਨੂੰ ਯਾਦ ਨਹੀਂ ਰਹਿੰਦਾ। ਪਰ ਫਿਰ ਉਹੀ ਗੱਲ ਆ ਨਾ ਕਿ ਸਿਆਣੀ ਬਿੱਲੀ ਖੰਭਾ ਨੋਚੇ, ਵੀ ਤੁਸੀਂ ਹੁਣ ਉਹ ਮਸਲੇ ਨੂੰ ਛੱਡ ਦਿਓ, ਲੈ ਕੇ ਆਪਣੇ ਫੋਲੋਅਰਾਂ ਨੂੰ ਦੱਸਣ ਦੇ ਜੀ ਫੋਲੋਅਰ ਆਹ ਚੀਜ਼ ਹੋਈ ਆ। ਦੇਖੋ ਇਹ ਹੈ ਮਤਲਬ ਤੁਹਾਡੀ ਸੋਚ, ਕਿ ਤੁਸੀਂ ਸੋਚ ਨੂੰ ਕਿੱਥੇ ਲੈ ਕੇ ਜਾਂਦੇ ਹੋ। ਇੱਕ ਛੋਟੀ ਗੱਲ ਹੈ, ਛੱਡ ਦਿਓ ਯਾਰ, ਨਹੀਂ ਪਤਾ, ਉੱਥੋਂ ਹੀ ਕਹਿ ਦੇਣਾ ਸੀ। ਭਗਵੰਤ ਮਾਨ ਸਾਹਿਬ ਨੇ ਜਦੋਂ ਪੁੱਛਿਆ ਰਾਜਾ ਵੜਿੰਗ ਜੀ ਨੂੰ, ਤੁਹਾਨੂੰ ਪਤਾ ਉਹਨਾਂ ਦਾ ਜਨਮ ਦਿਵਸ ਕਦੋਂ ਹੈ? ਨਹੀਂ ਜੀ ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਗੱਲ ਖਤਮ। ਉਹੀ ਗੱਲ ਹੈ ਨਾ ਕਿ ਐਕਸੈਪਟੇਬਿਲਿਟੀ ਕਿਤੇ ਵੀ ਨਹੀਂ ਹੈਗੀ, ਹਰ ਕੋਈ ਆਪਣੇ ਆਪ ਨੂੰ ਉੱਚਾ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ। ਦੂਜੀ ਗੱਲ, ਉਹਨਾਂ ਨੇ ਕਹੀ ਕਿ ਛੁੱਟੀ ਕਰਨੀ ਆ, ਛੁੱਟੀ ਵਾਲੇ ਦਿਨ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋ, ਤੇ ਉਦੋਂ ਵੀ ਕਹਿ ਸਕਦੇ ਸੀ। ਖੈਰ ਛੁੱਟੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਕਰਦੇ ਹੋਏ ਆਪਾਂ ਯਾਦ ਕਰਦੇ ਹਾਂ ਭਗਤ ਸਿੰਘ ਨੂੰ, ਬਜਾਏ ਇਸ ਦੇ ਕਿ ਛੁੱਟੀ ਕਰਕੇ ਯਾਦ ਕਰਨਾ। ਖੈਰ ਉਹਨਾਂ ਦੀ ਆਪਣੀ ਸੋਚ ਹੈ। ਚਲੋ ਮੈਂ ਵੀ ਇਸ ਗੱਲ ਨੂੰ ਕਹਿੰਦਾ ਰਿਹਾ ਕੱਲ ਕਿ ਆਪਾਂ ਕੰਮ ਕਰਦੇ ਹੋਏ ਭਗਤ ਸਿੰਘ ਨੂੰ ਯਾਦ ਕਰਦੇ, ਕਿਉਂਕਿ ਭਗਤ ਸਿੰਘ ਨੇ ਕਦੇ ਛੁੱਟੀ ਨਹੀਂ ਕੀਤੀ, ਉਹ ਹਮੇਸ਼ਾ ਕ੍ਰਾਂਤੀ 'ਚ ਲੱਗਾ ਰਿਹਾ। ਜਿਸ ਬੰਦੇ ਦੀ ਅਸੀਂ ਗੱਲ ਕਰਦੇ ਪਏ ਹਾਂ, ਕ੍ਰਾਂਤੀ 'ਚ ਲੱਗੇ ਰਹੀਏ। ਠੀਕ ਆ, ਜਿੱਥੇ ਜਿੱਥੇ ਕੋਈ ਬੈਠਾ ਉੱਥੇ ਬਹਿ ਕੇ ਭਗਤ ਸਿੰਘ ਨੂੰ ਯਾਦ ਕਰ ਸਕਦਾ। ਜ਼ਰੂਰੀ ਨਹੀਂ ਕਿ ਸਾਰੇ ਖਟਕੜ ਕਲਾਂ ਜਾ ਸਕਦੇ ਨੇ, ਸਾਰੇ ਹੁਸੈਨੀ ਵਾਲਾ ਜਾ ਸਕਦੇ ਨੇ, ਇਹ ਮੁਸ਼ਕਿਲ ਹੈ। ਸਾਡੇ ਵਰਗਿਆਂ ਨੂੰ ਤਾਂ ਫਿਰ ਇੱਥੋਂ ਵੇਲ ਨਹੀਂ ਹੈ, ਮੁਸ਼ਕਿਲ। ਜਿਹੜੇ ਜਾ ਸਕਦੇ ਨੇ ਜ਼ਰੂਰ ਜਾਣ, ਜਦੋਂ ਵੇਲ ਮਿਲੇ, ਜਦੋਂ ਦਿਨ ਦੇ ਵਿੱਚ ਸਹੀ, ਮਹੀਨੇ ਵਿੱਚ ਸਹੀ, ਪੂਰੇ ਸਾਲ 'ਚ ਸਹੀ, ਜਦੋਂ ਤੁਹਾਨੂੰ ਟਾਈਮ ਮਿਲੇ ਜ਼ਰੂਰ ਜਾਓ, ਔਰ ਜਾਣਾ ਚਾਹੀਦਾ ਵੀ ਆ, ਸਾਡੇ ਸਾਰਿਆਂ ਦਾ ਫਰਜ਼ ਬਣਦਾ। ਮੇਨ ਗੱਲ ਇਹ ਹੈ ਖੈਰਾ ਸਾਹਿਬ ਕਿ ਜਦੋਂ ਤੁਸੀਂ ਭਗਤ ਸਿੰਘ ਦੀ ਗੱਲ ਦੇ ਉੱਤੇ ਤੁਰ ਪਏ ਹੋ, ਭਗਤ ਸਿੰਘ ਦੀ ਗੱਲ ਦੇ ਉੱਤੇ ਤੁਰ ਪਏ ਹੋ, ਤੁਸੀਂ ਇਹ ਗੱਲ ਕਹਿੰਦੇ ਹੋ ਕਿ ਭਗਤ ਸਿੰਘ ਦੀ ਸੋਚ ਦੇ ਮੁਤਾਬਿਕ ਅਸੀਂ ਪੰਜਾਬ ਨੂੰ ਬਣਾਉਣਾ ਹੈ, ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਇਹ ਸਿਰਫ ਇਹ ਨਹੀਂ ਹੈਗਾ ਕਿ ਤੁਸੀਂ ਕਹਿਣ ਵਾਸਤੇ ਪ੍ਰਤੀਕ ਇੱਕ ਸਾਹਮਣੇ ਰੱਖ ਦਿੱਤਾ, ਕਿ ਤੁਸੀਂ ਜਦੋਂ ਭਗਤ ਸਿੰਘ ਨੂੰ ਸਾਹਮਣੇ ਰੱਖੋਗੇ ਤਾਂ ਕੋਈ ਓਪੋਜੀਸ਼ਨ ਵਾਲਾ ਤੁਹਾਡੇ ਖਿਲਾਫ ਕੁਝ ਨਹੀਂ ਬੋਲੇਗਾ, ਕਿਉਂਕਿ ਸਾਰੇ ਭਗਤ ਸਿੰਘ ਦੀ ਇੱਜ਼ਤ ਕਰਦੇ ਨੇ। ਇੱਥੋਂ ਤੱਕ ਕਿ ਜਿਹੜੇ ਕਾਮਰੇਡਸ ਨੇ ਉਹ ਵੀ ਤੁਹਾਡੇ ਖਿਲਾਫ ਨਹੀਂ ਬੋਲਣਗੇ, ਕਿਉਂਕਿ ਉਹਨਾਂ ਨੇ ਵੀ ਭਗਤ ਸਿੰਘ ਨੂੰ ਅੱਗੇ ਰੱਖਿਆ ਹੋਇਆ। ਠੀਕ ਆ, ਆਈਡੀਓਲੋਜੀ ਨੂੰ ਲੈ ਕੇ ਤੁਰਨਾ, ਪ੍ਰੈਕਟੀਕਲੀ ਉੱਦਾਂ ਤੁਰਨਾ, ਇਹ ਬਹੁਤ ਵੱਡੀ ਰਿਸਪੌਂਸਿਬਿਲਟੀ ਆ। ਉਸ ਬੰਦੇ ਨੂੰ ਸਮਝੋ, ਕਿਉਂਕਿ 23 ਸਾਲ ਦਾ ਨੌਜਵਾਨ, ਔਰ ਉਹਦੀ ਗਹਿਰਾਈ ਦੇਖੋ ਕਿੱਥੇ ਤੱਕ ਉਹ ਗੱਲ ਕਰਦਾ ਹੈ। ਉਹਨੇ ਇੱਥੇ ਤੱਕ ਵੀ ਕਹਿਤਾ ਸੀ ਕਿ ਜੇ ਇੱਦਾਂ ਹੀ ਹਾਲਾਤ ਰਹੇ ਤਾਂ ਕੋਈ ਫਰਕ ਨਹੀਂ ਪੈਣਾ, ਚਿੱਟਾ ਅੰਗਰੇਜ਼ ਚਲਾ ਜਾਓ, ਕਾਲਾ ਅੰਗਰੇਜ਼ ਆ ਜਾਓ, ਤੇ ਉਹ ਹੋਇਆ ਵੀ ਇਦਾਂ ਹੀ। ਉਹੀ ਹੋਇਆ। ਦੇਖੋ ਕਿੱਡੀ ਵੱਡੀ ਸੋਚ ਹੈ ਉਸ ਬੰਦੇ ਦੀ। ਅੱਛਾ ਚਲੋ, ਉਹ ਤੇ ਹੁਣ ਸੋਚਾਂ ਜਿਹੜੀਆਂ ਨੇ ਉਹ ਵਾਕਈ ਪ੍ਰਤੱਖ ਹੋ ਗਈਆਂ। ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਕਹਿੰਦੇ ਆ ਕਿ ਅਸੀਂ ਇਸ ਮਸਲੇ ਨੂੰ ਅੱਗੇ ਤੱਕ ਲੈ ਕੇ ਜਾਣਾ। ਬਿਲਕੁਲ, ਹੈ ਨਾ। ਹੁਣ ਦੁਬਾਰਾ ਆਪਾਂ ਆ ਜਾਂਦੇ ਹਾਂ ਕਾਂਗਰਸ ਵੱਲ।
ਕਾਂਗਰਸ ਦੀਆਂ ਤਸਵੀਰਾਂ ਜਿਹੜੀਆਂ ਨੇ ਸੀਐਮ ਚੰਨੀ ਹੁਣਾਂ ਦੇ ਘਰ ਪਰਿਵਰਤਨ ਦੀਆਂ ਜਿਹੜੀਆਂ ਤਸਵੀਰਾਂ ਉਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ। ਟਰੱਕ ਭਰ ਕੇ ਜਾਣ ਡਿਆ, ਕੂਲਰਾਂ ਦਾ, ਏਸੀਆਂ ਦਾ, ਪੀਡੀਏ ਸੈੱਟ ਦਾ, ਬੜਾ ਸਾਰਾ ਸਮਾਨ ਜਿਹੜਾ ਆ ਉਹ ਇੱਧਰੋਂ ਉੱਧਰੋਂ ਸ਼ਫਲ ਹੋ ਰਿਹਾ, ਜਿਹੜੀ ਇੱਕ ਨਾਰਮਲ ਪ੍ਰਕਿਰਿਆ ਆ। ਪਰ ਪਤਾ ਨਹੀਂ ਫਿਰ ਵੀ ਲੋਕੀ ਟਸਲ ਜਿਹੜੀ ਹੈ ਨਾ ਮਸਾਲਾ ਚਾਹੀਦਾ, ਮਸਾਲਾ ਬੜਾ ਸਵਾਦ ਲੈਣ ਡੇ ਆ। ਫਿਰ ਮੈਂ ਵੈਸੇ ਜਿਹੜੀ ਗੱਲ ਉਹ ਕਰਨੀ ਸੀ ਕਿ ਕਾਂਗਰਸ ਦੇ ਵਿੱਚ ਹੁਣ ਇਹਨਾਂ 5 ਸੂਬਿਆਂ ਦੇ ਜਿੱਥੇ ਇਲੈਕਸ਼ਨ ਸੀਗੀਆਂ ਬੜੀ ਕਰਾਰੀ ਹਾਰ ਆ ਕਾਂਗਰਸ ਦੀ। ਉਹ ਕਾਂਗਰਸ ਜਿਹੜੀ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਹੁੰਦੇ ਕਿ ਬਹੁਤ ਪੁਰਾਣੀ ਕਾਂਗਰਸ ਹੈ, 137 ਸਾਲ ਪੁਰਾਣੀ ਕਾਂਗਰਸ ਹੈ। ਪਰ ਚਲੋ ਰਾਜਨੀਤੀ ਦੇ ਵਿੱਚ ਹਰ ਕਿਸੇ ਦਾ ਦਿਨ ਸੇਮ ਨਹੀਂ ਰਹਿੰਦਾ, ਹੈ ਨਾ, ਉਹ ਗੱਲ ਵੱਖਰੀ ਹੈ। ਫਿਰ ਇਹਨਾਂ ਦੇ ਜਿਹੜੇ ਕਹਿੰਦੇ ਆ ਕਿ ਰੁੱਸੇ ਹੋਏ ਵਿਧਾਇਕਾਂ ਨੇ ਨਾ ਇੱਕ ਗਰੁੱਪ ਬਣਾਇਆ ਸੀ G23 ਕਰਕੇ, ਤੇ ਉਹ ਰੁੱਸੇ ਹੋਏ ਵਿਧਾਇਕ ਜਿਹੜੇ ਸੀਗੇ ਉਹ ਚਾਹੁੰਦੇ ਸੀ ਕਿ ਕਾਂਗਰਸ ਦੇ ਵਿੱਚ ਹੁਣ ਬਦਲਾਅ ਦਾ ਸਮਾਂ ਆ, ਮਤਲਬ ਧੁਰ ਵਾਲੀ ਜਿਹੜੀ ਮੈਂਬਰਸ਼ਿਪ ਆ ਉਹਨੂੰ ਬਦਲਿਆ ਜਾਵੇ, ਹਾਈ ਕਮਾਂਡ ਨੂੰ ਬਦਲਿਆ ਜਾਵੇ। ਉਹਦੇ ਵਿੱਚ ਆਪਣੇ ਪੰਜਾਬ ਵਾਲੇ ਸਾਂਸਦ ਜਿਹੜੇ ਨੇ ਮਨੀਸ਼ ਤਿਵਾਰੀ ਹੋਣੀ ਉਹ ਵੀ ਹੈਗੇ ਆ ਜੀ। ਤੇ ਅੱਜ ਮੈਂ ਟਵੀਟ ਦੇ ਉੱਤੇ ਅੱਜ ਗਰਮਾ ਗਰਮ ਖਬਰ ਟਵੀਟ, ਅੱਜ ਕੱਲ੍ਹ ਨਾ ਸਾਰੀਆਂ ਖਬਰਾਂ ਤੁਹਾਨੂੰ ਟਵਿੱਟਰ ਤੇ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਟਵੀਟ ਵਾਲੀ ਖਬਰ ਜਿਹੜੀ ਆ ਉਹ ਜਿਹੜਾ ਇੱਥੋਂ ਸੁਨੀਲ ਜਾਖੜ ਉਹਨਾਂ ਨੇ ਟਵੀਟ ਕਰ ਦਿੱਤਾ, ਬੜੇ ਸ਼ਾਇਰਾਨਾ ਅੰਦਾਜ਼ ਦੇ ਨਾਲ ਗੱਲ ਕੀਤੀ ਆ। ਕਹਿੰਦੇ ਕਿ ਸਰ ਝੁਕਾਨਾ ਜੋ ਹੈ ਉਹ ਗਲਤ ਨਹੀਂ ਹੈ, ਪਰ ਇਤਨਾ ਵੀ ਮਤ ਝੁਕਾਓ ਕਿ ਆਪਕੀ ਦਸਤਾਰ ਗਿਰ ਜਾਏ। ਉਹਨਾਂ ਨੂੰ ਲੱਗਦਾ ਹੈ ਕਿ ਬਾਰ-ਬਾਰ ਹੁਣ ਜਿਹੜੇ ਰੁੱਸੇ ਵਿਧਾਇਕ ਨੇ ਇਹਨਾਂ ਨੂੰ ਮਨਾਉਣਾ ਸੋਨੀਆ ਗਾਂਧੀ ਵੱਲੋਂ ਗਲਤ ਹੈ। ਦੇਖੋ ਖਹਿਰਾ ਸਾਹਿਬ, ਇੱਦਾਂ ਹੈ ਕਿ ਪਰਿਵਾਰਵਾਦ ਦਾ ਨਾ ਜਿਹੜਾ ਸ਼ੁਰੂ ਤੋਂ ਹੀ ਰਿਹਾ ਹੈ ਸਾਡੇ ਭਾਰਤ ਦੇ ਵਿੱਚ, ਕਿ ਪੂਰੀ ਦੁਨੀਆ 'ਚ ਰਿਵਾਇਤ ਰਹੀ ਹੈ। ਤੁਸੀਂ ਦੇਖੋ ਹਿਸਟਰੀਆਂ ਭਰੀਆਂ ਪਈਆਂ ਨੇ ਕਿ ਪਰਿਵਾਰ ਦੇ ਪਰਿਵਾਰ ਅੱਗੇ ਰਾਜੇ, ਉਹਦੇ ਪੁੱਤਰ ਰਾਜੇ, ਫਿਰ ਉਹਦਾ ਪੁੱਤਰ ਰਾਜਾ, ਚੱਲਦਾ ਰਿਹਾ। ਵਿਦੇਸ਼ਾਂ 'ਚ ਵੀ ਇੱਦਾਂ ਹੀ ਰਿਹਾ, ਸੋਚ ਰਹੀ ਆ। ਇੱਕ ਟਾਈਮ ਆਇਆ ਜਦੋਂ ਸਭ ਕੁਝ ਚੇਂਜ ਹੋ ਗਿਆ। ਕਿਸੇ ਵਕਤ ਰਾਜਾ ਮਹਾਰਾਜੇ ਸੀ, ਫਿਰ ਮਿਲਟਰੀ ਹੋ ਗਈ, ਜਿਹਦੇ ਕੋਲ ਜ਼ਿਆਦਾ ਪਾਵਰ ਹੁੰਦੀ ਸੀ। ਅੱਜ ਕੱਲ੍ਹ ਉਹ ਬੰਦਾ ਜ਼ਿਆਦਾ ਤਾਕਤਵਰ ਹੈ ਜਿਹਦੇ ਕੋਲ ਇਕਨੋਮਿਕ ਪਾਵਰ ਹੈਗੀ ਹੈ। ਪਰ ਹਾਇਰਾਰਕੀ ਤਾਂ ਹਲੇ ਵੀ ਚੱਲਦੀ ਹੈ। ਹਾਇਰਾਰਕੀ ਤਾਂ ਹਰ ਥਾਂ ਤੇ, ਕਿਉਂਕਿ ਉਹ ਤਾਂ ਇਨਸਾਨ ਦੀ ਫਿਤਰਤ ਆ, ਨੇਚਰ ਆ। ਹੁਣ ਤੁਸੀਂ ਆਪਣੇ ਪਰਿਵਾਰ 'ਚ ਹੀ ਦੇਖ ਲਓ, ਪਰਿਵਾਰ 'ਚ ਦੇਖੋ, ਤੁਸੀਂ ਕਹੋ ਕਿਸੇ ਨੂੰ ਕਿ ਆਪਣੀ ਜਾਇਦਾਦ ਕਿਸੇ ਨੂੰ ਦੇ ਦੇ, ਨਾ ਮੇਰਾ ਬੱਚਾ, ਮੇਰਾ ਖੂਨ, ਆਉਂਦੀ ਹੈ ਨਾ ਗੱਲ, ਕਿੱਥੇ ਗਈ ਹੋਗਾ? ਉਹ ਸੋਚਦਾ ਹੈ। ਅਸੀਂ ਲੱਖ ਪਏ ਭਾਵੇਂ ਕਹੀਏ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ, ਪੀਰਾਂ ਪੈਗੰਬਰਾਂ ਨੇ ਇਹ ਸਮਝਾਇਆ ਕਿ ਸਾਰੀ ਦੁਨੀਆ ਆਪਣਾ ਪਰਿਵਾਰ ਹੈ। ਇਹ ਕਹਿਣ ਨੂੰ ਆਪਾਂ ਜ਼ਰੂਰ ਕਹਿ ਦਿੰਦੇ ਹਾਂ, ਪਰ ਜਦੋਂ ਪ੍ਰੈਕਟੀਕਲ ਆਉਂਦੀ ਹੈ ਨਾ, ਮੇਰਾ ਖੂਨ, ਮੇਰਾ ਬੱਚਾ, ਭਾਵੇਂ ਉਹ ਲਾਇਕ ਵੀ ਨਾ ਹੋਵੇ, ਪਰ ਫਿਰ ਵੀ ਉਹ ਵੱਡੀ ਕੁਰਸੀ ਤੇ ਜ਼ਰੂਰ ਬਹਿਣਾ ਚਾਹੀਦਾ। ਕਿਉਂ? ਉਹ ਮੇਰਾ ਬੱਚਾ। ਤੇ ਜਿਹੜਾ ਲਾਇਕ ਹੈਗਾ ਉਹਨੂੰ ਪਿੱਛੇ ਕਿਵੇਂ ਕਰਨਾ, ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਅੱਗੇ ਕਿਵੇਂ ਵਧਾਉਣਾ, ਇਹ ਸਾਡੀ ਸੋਚ ਆ। ਇਸੇ ਨੇ ਤਾਂ ਮਾਰਿਆ, ਇਸੇ ਨੇ ਪਾਰਟੀਆਂ ਨੂੰ ਮਾਰਿਆ, ਐਸੇ ਨੇ ਪਰਿਵਾਰਵਾਦ ਨਹੀਂ, ਵੱਖ-ਵੱਖ ਪਾਰਟੀਆਂ ਨੂੰ। ਪੂਰੇ ਭਾਰਤ ਵਿੱਚ ਪਰਿਵਾਰਵਾਦ ਹੈਗਾ ਪਾਰਟੀਆਂ ਦੇ ਵਿੱਚ। ਸਾਡੇ ਪੰਜਾਬ 'ਚ ਤੁਸੀਂ ਆਪ ਦੇਖ ਲਓ, ਸ਼੍ਰੋਮਣੀ ਅਕਾਲੀ ਦਲ ਆਪਣੇ ਜੋ ਪੰਥ ਦਾ ਰਸਤਾ ਹੈ ਸ਼ੁਰੂ ਤੋਂ, ਕਿਉਂਕਿ ਪੰਥਕ ਪਾਰਟੀ ਮੰਨੀ ਜਾਂਦੀ ਹੈ, ਅੱਜ ਉਹ ਕਿੱਥੇ ਗਿਆ? ਪੰਥ ਦਾ ਰਸਤਾ ਨਹੀਂ ਹੈ, ਕਿਉਂਕਿ ਫਿਰ ਕਹਿੰਦੇ ਨੇ ਕਿ ਤੁਸੀਂ ਬਾਉਂਸ ਬੈਕ ਕਰ ਸਕਦੇ ਹੋ, ਸ਼ਰਤ ਇਹ ਹੈ ਕਿ ਤੁਸੀਂ ਪੰਥ ਦੇ ਰਸਤੇ ਤੇ ਤੁਰੋ। ਵਾਕਿਆ ਠੀਕ ਹੈ ਨਾ, ਫਿਰ ਤੋਂ ਬਾਉਂਸ ਬੈਕ ਕਰ ਸਕਦੇ ਹੋ ਤੁਸੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ। ਇੱਕ ਕਹਾਵਤ ਹੁੰਦੀ ਸੰਜੀਵ ਜੀ, ਤੁਸੀਂ ਵੀ ਸੁਣੀ ਹੋਣੀ ਆ ਕਿ ਪਾਜੀ ਦਾ ਪਾਜ ਬਹੁਤ ਦੇਰ ਨਹੀਂ ਚੱਲਦਾ। ਹਾਂਜੀ, ਜਦੋਂ ਅਸੀਂ ਪਾਜ ਕਰਨ ਲੱਗ ਪੈਂਦੇ ਨਾ, ਢੋਂਗ ਕਰ ਲੈਂਦੇ ਹਾਂ, ਦਿਖਾਵਾ ਕਰਦੇ ਆ ਨਾ, ਉਹ ਜ਼ਿਆਦਾ ਦਿਨ ਨਹੀਂ ਚੱਲਦਾ, ਇੱਕ ਦਿਨ ਭੇਤ ਖੁੱਲ ਜਾਂਦਾ ਆ। ਭੇਤ ਖੁੱਲਦਾ, ਪਰ ਉਹੀ ਮਾਨਸਿਕਤਾ ਹੈ ਨਾ ਕਿ ਅਸੀਂ ਤੁਹਾਡੇ ਬਿਨਾਂ ਇਮੇਜਿਨ ਹੀ ਨਹੀਂ ਕਰ ਸਕਦੇ ਕਿ ਪਾਰਟੀ ਐਗਜ਼ਿਸਟ ਕਰ ਸਕਦੀ ਹੈ। ਨਹਿਰੂ ਗਾਂਧੀ ਫੈਮਿਲੀ ਤੋਂ ਬਿਨਾਂ ਇਮੇਜਿਨ ਕਰਕੇ ਦਿਖਾਓ ਕਿ ਤੁਸੀਂ ਕਾਂਗਰਸ ਨੂੰ ਖੜੀ ਕਿਤੇ ਦੇਖਦੇ ਹੋ। ਇਹਨਾਂ ਨੂੰ ਆਪਸ 'ਚ ਕਹਿ ਦਿਓ ਕਿ ਤੁਸੀਂ ਆਪਸ 'ਚ ਸਲਾਹ ਕਰ ਲਓ ਕਿ ਨਹਿਰੂ ਗਾਂਧੀ ਫੈਮਿਲੀ ਨੂੰ ਹਟਾ ਕੇ ਤੁਸੀਂ ਇਹਦੀ ਥਾਂ ਤੇ ਕਿਸ ਬੰਦੇ ਨੂੰ ਰਿਪਲੇਸ ਕਰਨਾ ਚਾਹੋਗੇ, ਕੌਣ ਤੁਹਾਡਾ ਲੀਡਰ ਬਣ ਸਕਦਾ ਹੈ। ਇਹਨਾਂ ਨੂੰ ਨਹੀਂ ਪਤਾ ਲੱਗਣਾ। ਇਹ ਆਪਸ 'ਚ ਲੜ ਕੇ ਨਾ ਇੱਕ ਦੂਜੇ ਦੇ ਕੱਪੜੇ ਪਾੜ ਸੁੱਟਣਗੇ। ਮੈਂ ਲੀਡਰ, ਮੈਂ ਲੀਡਰ, ਇੱਕ ਦੂਜੇ ਦੇ ਕੱਪੜੇ ਪਾੜ ਸੁੱਟਣਗੇ, ਮੈਂ ਬਣਨਾ। ਜਦੋਂ ਨਹਿਰੂ ਗਾਂਧੀ ਫੈਮਿਲੀ ਦਾ ਕੋਈ ਆ ਜਾਂਦਾ, ਸਾਰੇ ਚੁੱਪ ਕਰਕੇ ਬਹਿ ਜਾਂਦੇ, ਹਾਂਜੀ ਲੀਡਰ ਮਿਲ ਗਿਆ। ਫਿਰ ਉਹ ਡਿਸਕਸ਼ਨ ਕਰਦੇ ਨੇ ਕਿ ਇਹ ਲੀਡਰ ਬਣਨ ਦੇ ਕਾਬਿਲ ਹੈਗੇ ਨੇ ਕਿ ਨਹੀਂ ਹੈਗੇ। ਉਹਦਾ ਫਿਰ ਡਿਸਕਸ਼ਨ ਕਰੋ ਹੀ ਨਾ, ਤੁਸੀਂ ਕਿਸੇ ਹੋਰ ਨੂੰ ਐਕਸੈਪਟ ਹੀ ਨਹੀਂ ਕਰਦੇ ਪਏ। ਲਾਈਕਵਾਈਜ਼ ਤੁਸੀਂ ਇੱਧਰ ਆ ਜਾਓ, ਸ਼੍ਰੋਮਣੀ ਅਕਾਲੀ ਦਲ ਉਹੀ ਗੱਲ ਹੈ, ਅਸਤੀਫਾ ਦੇ ਦੇਣਗੇ, ਨਹੀਂ। ਵੱਡੇ ਦਿੱਗਜ ਸੁਖਦੇਵ ਸਿੰਘ ਢੀਂਡਸਾ ਹੋਣੀ, ਚੰਦੂ ਸਿੰਘ ਮਾਜਰਾ ਹੋਣੀ ਅਸਤੀਫਾ ਦੇ ਕੇ ਚੁੱਕੇ ਸੀਗੇ। ਚੰਦੂ ਮਾਜਰਾ ਹੋਣੀ ਇਸੇ ਇਲੈਕਸ਼ਨ 'ਚ ਮਨਾਇਆ ਉਹਨਾਂ ਨੂੰ, ਇਸੇ ਗੱਲੋਂ ਗਏ ਸੀ ਕਿ ਅਸੀਂ ਬੜੇ ਸੀਨੀਅਰ ਆ, ਸੁਖਬੀਰ ਬਾਦਲ ਨੂੰ ਕੁਰਸੀ ਕਿਵੇਂ ਮਿਲ ਸਕਦੀ ਹੈ। ਸਹੀ ਗੱਲ ਹੈ। ਤੇ ਉਹਨਾਂ ਦੀਆਂ ਸਟੇਟਮੈਂਟ ਐ ਸੀਗੀਆਂ ਕਿ ਸੁਖਬੀਰ ਬਾਦਲ ਜਦੋਂ ਤੱਕ ਪਾਰਟੀ ਦੇ ਵਿੱਚ ਆ, ਉਦੋਂ ਤੱਕ ਪਾਰਟੀ ਦਾ ਸੱਤਿਆਨਾਸ਼ ਹੋ ਜਾਣਾ। ਫਿਰ ਚੰਦੂ ਮਾਜਰਾ ਤੇ ਆ ਗਏ, ਸੁਖਦੇਵ ਸਿੰਘ ਢੀਂਡਸਾ ਬੀਜੇਪੀ ਨਾਲ ਲਾਂਚ ਕਰਕੇ ਬਹਿ ਗਏ, ਅਕਾਲੀ ਦਲ ਸੰਯੁਕਤ ਸੀਗੀ ਉਹਨਾਂ ਦੀ। ਸੋ ਕੋਈ ਗੱਲ ਤੁਹਾਡੀ ਬਿਲਕੁਲ ਸਹੀ, ਪਰਿਵਾਰਵਾਦ ਮਤਲਬ ਤੁਸੀਂ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਹੀ ਲਈ ਹੈ ਕਿ ਇਸ ਪਰਿਵਾਰ ਤੋਂ ਬਿਨਾਂ ਸਾਡੀ ਪਾਰਟੀ ਦੀ ਗਤੀ ਨਹੀਂ ਹੋਣੀ। ਵਾਕਿਆ ਠੀਕ ਹੈ ਨਾ, ਫਿਰ ਠੀਕ ਹੈ, ਫਿਰ ਡਿਸਕਸ਼ਨਸ ਦੇ ਵਾਸਤੇ ਕੋਈ ਸਪੇਸ ਹੀ ਨਹੀਂ ਹੈ। ਫਿਰ ਜੇ ਤੁਹਾਨੂੰ ਲੱਗਦਾ ਹੀ ਹੈ ਤਾਂ ਫਿਰ ਉਹਦੇ 'ਚ ਡਿਸਕਸ਼ਨ ਐਕਸੈਪਟ ਕਰ ਲੈਂਦੇ ਹੋ, ਔਰ ਜੋ ਤੁਸੀਂ ਇਹਨਾਂ ਨੂੰ ਹਟਾ ਦਿੰਦੇ ਹੋ, ਜਿਹੜੇ ਤੁਹਾਡੀ ਹਾਈ ਕਮਾਂਡ ਬਣ ਕੇ ਬੈਠੀ ਇਸ ਪਰਿਵਾਰ ਨੂੰ ਹਟਾ ਦਿਓ, ਤਾਂ ਤੁਹਾਨੂੰ ਪਤਾ ਕਿ ਅੰਦਰ ਹੀ ਸਭ ਨੇ ਲੜ ਮਰ ਜਾਣਾ। ਮੈਂ ਬਣਨਾ। ਚਲੋ ਇੱਕ ਲੀਡਰ ਚਾਹੀਦਾ, ਚਲੋ ਆਪਾਂ ਇਸ ਦੀ ਗੱਲ ਚਾਹੀਦਾ, ਐਕਸੈਪਟ ਹੋ ਗਏ, ਚਲੋ ਬੈਠੇ ਹੋਏ ਹੋ, ਸਰਵਾਈਵਲ ਹੈ। ਸੁਨੀਲ ਜਾਖੜ ਹੋਣਾ ਦੇ ਕਮੈਂਟ ਦੇ ਕੀ ਗੱਲ ਕਹਿੰਦੇ ਹੋ?
ਠੀਕ ਹੈ, ਉਹਨਾਂ ਦੇ ਮਨ ਦੀ ਗੱਲ ਹੈ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਕਾਂਗਰਸ ਦੇ ਅੰਦਰ ਬਦਲਾਅ ਜ਼ਰੂਰੀ ਹੈ, ਬਦਲਾਅ ਕਰਨ ਦਾ ਸਮਾਂ ਆ ਗਿਆ, ਪਰ ਜਿਹੜੀ ਸਟ੍ਰੈਟਜੀ ਦੇ ਮੁਤਾਬਿਕ ਜਿਹੜੀ ਹਾਈ ਕਮਾਂਡ ਹੈ ਉਹਦੇ 'ਚ ਕੋਈ ਬਦਲਾਅ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਤਾਂ ਸਾਫ਼ ਇਹ ਗੱਲ ਕਹੀ। ਪਰ ਸੰਜੀਵ ਜੀ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਪਹਿਲਾਂ ਵੀ ਉਹ ਕਹਿੰਦੇ ਰਹੇ ਆ ਬਹੁਤ ਕੁਝ, ਪਹਿਲਾਂ ਉਹ ਕਹਿੰਦੇ ਰਹੇ ਕਿ ਮੈਂ ਹਿੰਦੂ ਚਿਹਰਾ ਸੀਗਾ, ਇਸ ਕਰਕੇ ਮੈਨੂੰ ਸੀਐਮ ਨਹੀਂ ਐਲਾਨਿਆ ਗਿਆ, ਮੈਂ ਇਸ ਕਰਕੇ ਇਲੈਕਸ਼ਨ ਨਹੀਂ ਲੜੀ। ਫਿਰ ਉਸ ਤੋਂ ਬਾਅਦ ਪਹਿਲਾਂ ਵੀ ਉਹ ਕਹਿੰਦੇ ਰਹੇ ਕਿ ਪ੍ਰਧਾਨ ਦੀ ਜਦੋਂ ਗੱਲ ਆਈ ਸੀ ਕਿ ਜਦੋਂ ਸੀਐਮ ਦੀ ਗੱਲ ਹੁੰਦੀ ਆ ਕਹਿੰਦੇ ਆ ਕਿ ਮੈਨੂੰ ਇੰਨੀਆਂ ਵੋਟਾਂ ਮਿਲੀਆਂ ਸੀ, 42 ਵੋਟਾਂ ਮਿਲੀਆਂ ਸੀਗੀਆਂ, ਮੈਨੂੰ ਅੱਗੇ ਨਹੀਂ ਆਉਣ ਦਿੱਤਾ। ਕਿਤੇ ਨਾ ਕਿਤੇ ਬਾਗੀ ਸੁਰ ਬਹੁਤ ਨਜ਼ਰ ਆ ਰਹੇ ਨੇ। ਦੇਖੋ ਸਰ, ਇਹ ਤਾਂ ਪਹਿਲਾਂ ਵੀ ਗੱਲ ਹੋਈ ਸੀ ਜਦੋਂ ਆਪਾਂ ਭਾਰਤ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਦੋਂ ਵੀ ਕਾਂਗਰਸ ਦੇ ਅੰਦਰ VOTING ਹੋਈ ਸੀ। ਸਰਦਾਰ ਪਟੇਲ ਨੂੰ ਜ਼ਿਆਦਾ ਵੋਟਾਂ ਮਿਲੀਆਂ ਸੀ, ਪੰਡਿਤ ਨਹਿਰੂ ਜੀ ਨੂੰ ਘੱਟ ਵੋਟਾਂ ਮਿਲੀਆਂ ਸੀ। ਇਤਿਹਾਸ ਹੈ, ਪੜ੍ਹ ਸਕਦੇ ਹੋ ਹਿਸਟਰੀ ਬੁੱਕਸ ਦੇ ਵਿੱਚ। ਫਿਰ ਵੀ ਪੰਡਿਤ ਨਹਿਰੂ ਜੀ ਨੂੰ ਅੱਗੇ ਕੀਤਾ ਗਿਆ ਔਰ ਸਰਦਾਰ ਪਟੇਲ ਪਿੱਛੇ ਚਲੇ ਗਏ, ਬੈਕਫੁੱਟ ਤੇ ਹੋ ਗਏ। ਕੋਈ ਕਾਰਨ ਰਹੇ ਹੋਣਗੇ। ਔਰ ਇਸ ਵਾਰ ਵੀ ਇਦਾਂ ਹੀ ਹੈ, ਜਾਖੜ ਸਾਹਿਬ ਨੂੰ ਵੱਧ ਵੋਟਾਂ ਮਿਲੀਆਂ ਪਰ ਉਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ। ਠੀਕ ਹੈ ਨਾ, ਫਰੰਟ ਤੇ ਚਲੋ ਇੱਕ ਕਹਿ ਲਓ ਕਿ ਪੱਤਾ ਖੇਡ ਲਿਆ ਇਹਨਾਂ ਨੇ, ਪੱਤਾ ਖੇਡਿਆ। ਹੁਣ ਉਹ ਗੱਲ ਕਰਦੇ ਨੇ ਕਾਬਲੀਅਤ ਦੀ। ਹੁਣ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਉਂਦੇ ਹੋ ਤਾਂ ਸਾਰੀਆਂ ਗੱਲਾਂ, ਸਾਰੇ ਫੈਸਲੇ ਕਾਬਲੀਅਤ ਦੇ ਬੇਸ ਤੇ ਨਹੀਂ ਹੁੰਦੇ, ਸਿਆਸਤ ਦੇ ਬੇਸ ਤੇ ਹੁੰਦੇ ਨੇ। ਕੁਝ ਕੰਮ ਕਰਨ ਦਾ ਕੀ ਫਾਇਦਾ ਹੈ, ਕਿਸੇ ਨੂੰ ਅੱਗੇ ਲਿਆ ਕੇ ਵੋਟ ਬੈਂਕ ਨੂੰ ਕਿੱਦਾਂ ਕੈਸ਼ ਕਰ ਸਕਦੇ ਆ, ਕਿਹੜਾ ਕਾਰਡ ਕਿੱਥੇ ਖੇਡ ਸਕਦੇ ਆ, ਉਹਦੇ 'ਚ ਕੀ ਹੁੰਦਾ। ਸਿਆਸਤ ਦੇ ਵਿੱਚ ਕੀ ਹੋ ਜਾਂਦਾ, ਫਿਰ ਜਿਹੜਾ ਕਾਬਿਲ ਬੰਦਾ ਉਹ ਕਿਤੇ ਪਿੱਛੇ ਰਹਿ ਜਾਂਦਾ, ਗਵਾਚ ਹੀ ਜਾਂਦਾ। ਔਰ ਜਿਹੜਾ ਬੰਦਾ ਉਹ ਹੈ ਜਿਹੜਾ ਉਸ ਤੋਂ ਘੱਟ ਕਾਬਿਲ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਅੱਗੇ ਆਇਆ, ਉਸ ਨੂੰ ਅੱਗੇ ਲੈ ਕੇ ਆ ਜਾਂਦੀ ਉਹ ਪਾਰਟੀ। ਅਸੀਂ ਕਿਸੇ ਦੇ ਕਾਬਿਲ ਹੋਣ ਤੇ ਜਾਂ ਕਾਬਿਲ ਨਾ ਹੋਣ ਦੇ ਉੱਤੇ ਕੋਈ ਕੁਐਸਚਨ ਮਾਰਕ ਨਹੀਂ ਲਗਾਉਂਦੇ, ਨਾ ਸਾਨੂੰ ਕੋਈ ਲਗਾਉਣ ਦੀ ਲੋੜ ਆ। ਪਰ ਜੋ ਅਸੀਂ ਪੂਰਾ ਮਾਹੌਲ ਦੇਖਦੇ ਹਾਂ ਔਰ ਜੋ ਸਾਰੇ ਐਕਸਪਰਟ ਮੰਨਦੇ ਨੇ, ਜੋ ਸਾਰੀਆਂ ਸਾਡੇ ਸਾਹਮਣੇ ਸਮੀਕਰਨ ਆਉਂਦੇ ਨੇ, ਉਸ ਦੇ ਉੱਤੇ ਆਪਾਂ ਦੇਖਦੇ ਹਾਂ ਇਸ ਚੀਜ਼ ਨੂੰ ਕਿ ਕਈ ਵਾਰ ਲਿਆਕਤ ਦੇ ਬੇਸ ਦੇ ਉੱਤੇ ਡਿਸੀਜਨਸ ਨਹੀਂ ਹੁੰਦੇ, ਸਿਆਸਤ ਦੇ ਬੇਸ ਦੇ ਉੱਤੇ ਡਿਸੀਜਨ ਹੁੰਦੇ ਨੇ। ਕਿਸੇ ਨੂੰ ਅੱਗੇ ਰੱਖ ਕੇ ਕੀ ਫਾਇਦਾ ਪਾਰਟੀ ਨੂੰ ਹੋ ਸਕਦਾ ਹੈ, ਕਿਸੇ ਨੂੰ ਪਿੱਛੇ ਰੱਖ ਕੇ ਕੀ ਫਾਇਦਾ ਹੋ ਸਕਦਾ ਹੈ, ਜਾਂ ਦੂਜੇ ਨੂੰ ਅੱਗੇ ਰੱਖਾਂਗੇ ਸਾਨੂੰ ਕੋਈ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਇਹਨੂੰ ਅੱਗੇ ਨਹੀਂ ਰੱਖਣਾ ਚਾਹੀਦਾ। ਸੋ ਜਾਂਦੇ ਜਾਂਦੇ ਸੰਜੀਵ ਜੀ ਇੱਕ ਵੱਡੀ ਖਬਰ ਜਿਹੜੀ ਹੈ ਉਹ ਵੀ ਸਾਂਝੀ ਕਰਨੀ ਬਣਦੀ ਹੈ। ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਉੱਤੇ ਦਵਿੰਦਰ ਬੰਬੀਹਾ ਗਰੁੱਪ ਦੀ ਇੱਕ ਫੇਸਬੁੱਕ ਪੋਸਟ ਜਿਹੜੀ ਆ ਉਹ ਸਾਹਮਣੇ ਆਈ ਹੈ। ਉਸ ਪੋਸਟ ਦੇ ਵਿੱਚ ਇਹ ਦਵਿੰਦਰ ਬੰਬੀਹਾ ਗਰੁੱਪ ਭਗਵਾਨਪੁਰੀਆ ਨੂੰ ਹਵਾਲਾ ਦੇ ਕੇ ਕਹਿੰਦਾ ਆ ਕਿ ਕਹਿੰਦੇ ਸੰਦੀਪ ਨੰਗਲ ਅੰਬੀਆਂ ਜਿਹੜਾ ਆ, ਹਾਲਾਂਕਿ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਅਜੇ ਤੱਕ ਨਹੀਂ ਹੋਈ ਹੈਗੀ ਕਿ ਪਤਾ ਨਹੀਂ ਕਿਹਨੇ ਪਾਈ ਹੈ ਕਿ ਨਹੀਂ ਪਾਈ, ਕਿ ਉਹਨਾਂ ਨੇ ਪਾਈ ਹੈ ਕਿ ਨਹੀਂ, ਪਰ ਇਹ ਪੋਸਟ ਚੱਲ ਰਹੀ ਆ ਸੋਸ਼ਲ ਮੀਡੀਆ ਤੇ। ਕਹਿੰਦੇ ਕਿ ਭਗਵਾਨਪੁਰੀਆ ਜਿਹੜਾ ਸੀ ਗੈਂਗਸਟਰ, ਉਹਦੇ ਨਾਲ ਸੰਦੀਪ ਨੰਗਲ ਅੰਬੀਆਂ ਦੇ ਬੜੇ ਚੰਗੇ ਸੰਬੰਧ ਸੀਗੇ। ਔਰ ਕਹਿੰਦਾ ਕਿ ਸਭ ਨੂੰ ਪਤਾ ਹੈ ਕਿ ਸੰਦੀਪ ਨੰਗਲ ਅੰਬੀਆਂ ਜਿਹੜਾ ਉਹ ਭਗਵਾਨਪੁਰੀਆ ਦਾ ਚੰਗਾ ਮਿੱਤਰ ਸੀ ਤੇ ਭਗਵਾਨਪੁਰੀਆ ਅੱਗੋਂ ਡਰੱਗ ਚਿੱਟੇ ਦਾ ਕਾਰੋਬਾਰ ਕਰਦਾ ਸੀਗਾ ਜੀ। ਤੇ ਇਹ ਵੀ ਲਿਖਿਆ ਉਸੇ ਪੋਸਟ ਦੇ ਵਿੱਚ ਕਿ ਭਗਵਾਨਪੁਰੀਆ ਦਾ ਜਿਹੜਾ ਹਵਾਲਾ ਮਨੀ ਸੀਗੀ ਉਹਨੂੰ 1 ਨੰਬਰ ਜਿਹੜਾ ਸੀ ਉਹ ਸੰਦੀਪ ਨੰਗਲ ਅੰਬੀਆਂ ਕਰਦਾ ਸੀਗਾ। ਫਿਰ ਥੱਲੇ ਪੁੱਛਿਆ, ਉਹਨੇ ਸਵਾਲ ਪੁੱਛਿਆ ਲੋਕਾਂ ਤੋਂ ਕਿ ਇਹ ਚੰਗੀ ਗੱਲ ਹੈ ਕਿਸੇ ਖਿਡਾਰੀ ਬਾਰੇ। ਸੋ ਕਿਤੇ ਨਾ ਕਿਤੇ ਇਹ ਮਾਮਲਾ ਦਿਨੋਂ ਦਿਨ ਉਲਝਦਾ ਨਜ਼ਰ ਆ ਰਿਹਾ। ਦੇਖੋ ਗੱਲ ਇਹ ਹੈ ਕਿ ਹਰ ਥਾਂ ਦੇ ਉੱਤੇ ਅਸੀਂ ਦੇਖਦੇ ਹਾਂ ਪੈਸਾ ਪ੍ਰਦਾਨ ਹੋ ਗਿਆ ਤੇ ਕਿਸੇ ਤਰੀਕੇ ਨਾਲ ਵੀ ਕੁਝ ਵੀ ਕਰਕੇ ਲੋਕ ਪੈਸਾ ਕਮਾਉਣਾ ਚਾਹੁੰਦੇ ਨੇ। ਜਿੱਥੇ ਇੱਕ ਥਾਂ ਤੇ ਗੈਰ ਕਾਨੂੰਨੀ ਬਿਜ਼ਨਸ ਹੈ, ਡਰੱਗਸ ਨੇ ਔਰ ਇਲੀਗਲ ਮਨੀ ਇਨਵੋਲਵਡ ਆ। ਹੁਣ ਸਪੋਰਟਸ ਦੇ ਉੱਤੇ ਵੀ ਕਬਜ਼ਾ ਕਰਨਾ ਚਾਹੁੰਦੇ ਨੇ ਔਰ ਸਪੋਰਟਸ ਨੂੰ ਵੀ ਆਪਣੇ ਮੁਤਾਬਿਕ ਲੈ ਕੇ, ਉਸ ਨੂੰ ਵੀ ਗਲ ਵਿੱਚ ਲੈ ਕੇ ਉੱਥੋਂ ਵੀ ਪੈਸੇ ਕਮਾਉਣਾ ਚਾਹੁੰਦੇ ਨੇ। ਔਰ ਅੰਦਰ ਦੀ ਨਿਊਜ਼ ਇਹ ਵੀ ਆ ਕਿ ਜਿਹੜੇ ਵੱਖ-ਵੱਖ ਗਰੁੱਪ ਨੇ ਉਹ ਵੱਖੋ-ਵੱਖ ਖਿਡਾਰੀਆਂ ਨੂੰ ਵੀ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੁਸੀਂ ਮੇਰੇ ਗਰੁੱਪ ਵਿੱਚ ਖੇਡੋ ਕਬੱਡੀ, ਉਹ ਕਹਿੰਦੇ ਨੇ ਤੁਸੀਂ ਮੇਰੇ ਗਰੁੱਪ ਵਿੱਚ ਕਬੱਡੀ ਖੇਡੋ। ਔਰ ਜੇ ਨਹੀਂ ਤੇ ਉਹਨਾਂ ਨੂੰ ਧਮਕੀ ਵੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕਿਸੇ ਹੱਦ ਤੱਕ ਪ੍ਰੈਸ਼ਰਾਈਜ਼ ਵੀ ਕੀਤਾ ਜਾਂਦਾ। ਇਹ ਵੀ ਖਬਰਾਂ ਅੰਦਰੋਂ ਆ ਰਹੀਆਂ ਨੇ ਬਾਹਰ, ਜਿਹੜੀਆਂ ਆਪਾਂ ਆਪਣੇ ਤੱਕ ਪਹੁੰਚ ਰਹੀਆਂ ਨੇ। ਤਾਂ ਗਿਣਤੀ ਇਹ ਬਣਦੀ ਹੈ ਇਹਨਾਂ ਸਾਰੀਆਂ ਤਰ੍ਹਾਂ ਦੀਆਂ ਖਬਰਾਂ ਦੀ ਕਿ ਫੋਕਸਡ ਇੱਕ ਪੁਆਇੰਟ ਤੇ ਉੱਤਾ ਕਿ ਮੈਕਸਿਮਮ ਮਨੀ ਕਿਵੇਂ ਕਮਾਉਣੀ ਹੈ ਔਰ ਹਰ ਥਾਂ ਦੇ ਉੱਤੇ ਕਬਜ਼ਾ ਕਿਵੇਂ ਕਰਨਾ। ਆਪਾਂ ਦੇਖੋ ਕ੍ਰਿਕਟ ਦੇ ਵਿੱਚ ਵੀ ਇਹ ਗੱਲਾਂ ਸੁਣਦੇ ਹਾਂ ਕਿ ਉੱਥੇ ਵੀ ਬੁੱਕੀਜ਼ ਬੈਠੇ ਹੋਏ ਨੇ, ਕਿੰਨਾ ਪੈਸਾ ਲੱਗਾ, ਕਿੰਨਾ ਪੈਸਾ ਨਹੀਂ ਲੱਗਾ। ਇਹ ਵੀ ਗੱਲ ਹੁਣ ਜਦੋਂ ਇਲੈਕਸ਼ਨਸ ਦਾ ਰਿਜ਼ਲਟ ਆਊਟ ਨਹੀਂ ਹੋਇਆ ਸੀਗਾ ਉਦੋਂ ਵੀ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਸੀ ਕਿਤੇ ਨਾ ਕਿਤੇ ਇਲੀਗਲ ਸੱਟਾ ਬਾਜ਼ਾਰ ਚੱਲਦਾ ਪਿਆ ਪੰਜਾਬ ਦੀਆਂ ਇਲੈਕਸ਼ਨਸ ਦੇ ਉੱਤੇ ਕਿ ਸ਼ਰਤਾਂ ਲੱਗੀਆਂ ਹੋਈਆਂ ਨੇ। ਸੱਟਾ ਬਾਜ਼ਾਰ, ਆਹੋ ਹਾਂਜੀ, ਸੱਟਾ ਬਾਜ਼ਾਰ, ਸ਼ਰਤਾਂ ਲੱਗੀਆਂ ਹੋਈਆਂ ਨੇ ਕਿ ਕਿਹੜੀ ਪਾਰਟੀ ਆਊਗੀ, ਕਿਹੜੀ ਪਾਰਟੀ ਕਿੱਥੋਂ ਕਿੰਨੀਆਂ ਸੀਟਾਂ ਜਿੱਤੂਗੀ, ਕਿਹਦੀ ਵਜ਼ਾਰਤ ਬਣ ਸਕਦੀ ਹੈ, ਇਹਦੇ ਉੱਤੇ ਸੱਟਾ ਚੱਲਦਾ ਪਿਆ। ਇਹ ਵੀ ਸੀ ਮਤਲਬ ਲੋਕਾਂ ਨੂੰ ਕਿਤੇ ਮੌਕਾ ਮਿਲਣਾ ਚਾਹੀਦਾ ਪੈਸਾ ਕਮਾਉਣ ਦਾ, ਛੱਡਦੇ ਨਹੀਂ, ਭਾਵੇਂ ਉਹ ਲੀਗਲ ਹੈ ਭਾਵੇਂ ਉਹ ਇਲੀਗਲ ਹੈ। ਸੋ ਗੱਲ ਇਹ ਆ ਪੂਰਾ ਮਾਹੌਲ ਖਰਾਬ ਹੋ ਜਾਂਦਾ ਹੈ, ਲਾਣੀ ਤਾਣੀ ਪੈਸੇ ਦਾ ਡੁੱਬ ਜਾਂਦੀ ਹੈ। ਬਿਲਕੁਲ ਹੈ। ਔਰ ਤੁਸੀਂ ਦੇਖੋ ਸਿਆਸਤ ਨੂੰ ਵੀ ਅਸੀਂ ਦੇਖਦੇ ਹੀ ਹਾਂ ਕਿ ਕਈ ਵਿਧਾਇਕਾਂ ਨੇ ਧੰਦਾ ਬਣਾਇਆ ਹੋਇਆ ਪੈਸਾ ਕਮਾਉਣ ਦਾ ਔਰ ਆਪਣੀ ਪਾਵਰ ਦਾ ਇਸਤੇਮਾਲ ਕਿੱਦਾਂ ਕਰਦੇ ਨੇ ਕਿ ਸਾਡੀਆਂ ਆਪਣੀਆਂ ਪਰਸਨਲ ਪ੍ਰਾਪਰਟੀਆਂ ਬਣਨ, ਸਾਡੇ ਬੱਚੇ ਸੈੱਟ ਹੋ ਜਾਣ, ਵਿਦੇਸ਼ਾਂ ਸੈੱਟ ਹੋ ਜਾਣ, ਵਿਦੇਸ਼ਾਂ ਵਿੱਚ ਵੀ ਸਾਡੀਆਂ ਪ੍ਰਾਪਰਟੀਆਂ ਹੋਣ, ਜੈਟ ਪਲੇਨਸ ਹੋਣ ਮੇਰੇ, ਚਾਰਟਰਡ ਪਲੇਨਸ ਹੋਣ ਮੇਰੇ ਪ੍ਰਾਈਵੇਟ,
ਪਤਾ ਨਹੀਂ ਕੀ ਕੁਝ ਵਾਕਈ। ਕਿੱਥੇ ਲੈ ਕੇ ਜਾਣਾ ਯਾਰ ਇਕੱਠਾ ਕਰਕੇ ਤੁਸੀਂ ਜਿਸ ਕੰਮ ਵਾਸਤੇ ਤੁਸੀਂ ਰਾਜਨੀਤੀ ਦੇ ਵਿੱਚ ਆਉਂਦੇ ਹੋ ਸਪੋਰਟਸ ਦੇ ਵਿੱਚ ਆਉਂਦੇ ਹੋ ਜਿਸ ਖੇਤਰ 'ਚ ਆਉਂਦੇ ਹੋ ਉਹਦੀ ਮਰਿਆਦਾ ਬਣਾ ਕੇ ਰੱਖੋ ਉਹਦੇ ਮੁਤਾਬਿਕ ਤੁਰੋ ਤਾਂ ਕਿ ਸਾਰਾ ਜਿਹੜਾ ਸਿਸਟਮ ਆ ਸਾਫ਼ ਸੁਥਰਾ ਰਵੇ ਆਪ ਵੀ ਆਪਣੀ ਜਾਨ ਜੋਖਮ 'ਚ ਪਾਉਂਦੇ ਹੋ ਤੇ ਦੂਜਿਆਂ ਦੀ ਜਾਨ ਵੀ ਜੋਖਮ 'ਚ ਪਾਉਂਦੇ ਹੋ ਤੇ ਉਹ ਸਾਰੇ ਫੀਲਡ ਦਾ ਤੁਸੀਂ ਕੀ ਹਾਲ ਕਰਕੇ ਰੱਖ ਦਿੰਦੇ ਹੋ ਸਾਰਾ ਵਾਤਾਵਰਣ ਤੁਸੀਂ ਗੰਧਲਾ ਕਰਕੇ ਰੱਖ ਦਿੰਦੇ ਹੋ ਵਾਕਈ ਉਮੀਦ ਹੈ ਕਿ ਤੁਸੀਂ ਜਾਗਦੇ ਰਹੋਗੇ ਔਰ ਇਹ ਜਿਹੀਆਂ ਚੰਗੀਆਂ ਸੋਚਾਂ ਦੇ ਉੱਤੇ ਪਹਿਰੇ ਦਿੰਦੇ ਰਹੋਗੇ ਕਿਉਂਕਿ ਅੱਜ ਦਿਨ ਉਹਨਾਂ ਸ਼ਹੀਦਾਂ ਦਾ ਹੈ ਜਿਨ੍ਹਾਂ ਨੇ ਕੁਝ ਸੁਪਨਾ ਹੀ ਹੋਰ ਦੇਖਿਆ ਸੀ ਭਾਰਤ ਬਾਰੇ ਪਰ ਇਹ ਸੁਪਨਾ ਗੰਧਲਾ ਹੋ ਗਿਆ ਸੁਪਨੇ ਦੇ ਵਿੱਚ ਕੁਝ ਹੋਰ ਹੀ ਜਿਹੜੀ ਆ ਤਾਣੀ ਰੋੜ ਦਿੱਤੀ ਸਿਆਸਤਦਾਨਾਂ ਨੇ ਬਿਲਕੁਲ ਇਦਾਂ ਨਾ ਜਿਵੇਂ ਸਾਫ਼ ਸੁਥਰੇ ਪਾਣੀ ਦਾ ਕੋਈ ਨਹਿਰ ਜਾਂਦੀ ਹੋਵੇ ਵਿੱਚ ਫੈਕਟਰੀਆਂ ਦਾ ਗੰਦ ਪਾ ਦਿਓ ਉਹੀ ਗੱਲ ਹੋ ਗਈ ਸਾਰਾ ਪਾਣੀ ਪੀਣ ਦੇ ਲਾਇਕ ਹੀ ਨਹੀਂ ਰਹਿ ਗਿਆ ਜਿਹੜੀਆਂ ਮੱਛੀਆਂ ਨੇ ਉਹ ਵੀ ਮਰਦੀਆਂ ਪਈਆਂ ਨੇ ਜੇ ਕੋਈ ਉਹ ਮੱਛੀਆਂ ਫੜ ਕੇ ਖਾਂਦੇ ਵੀ ਨੇ ਉਹ ਵੀ ਬਿਮਾਰ ਹੋ ਜਾਂਦੇ ਨੇ ਕਿਉਂਕਿ ਮੱਛੀਆਂ ਨੂੰ ਰੋਗ ਹੋ ਗਏ ਨੇ ਹੁਣ ਇਸ ਕਰਕੇ ਇਹ ਪੋਲਿਊਸ਼ਨ ਖਤਮ ਹੋਣਾ ਚਾਹੀਦਾ ਦੋ ਤਰ੍ਹਾਂ ਦੇ ਪੋਲਿਊਸ਼ਨ ਇੱਕ ਵਾਤਾਵਰਣ ਦਾ ਪੋਲਿਊਸ਼ਨ ਹੈ ਇੱਕ ਵਿਚਾਰਾਂ ਦਾ ਸੋਚਾਂ ਦਾ ਪੋਲਿਊਸ਼ਨ ਹੈ ਵਾਕਈ ਇਸੇ ਉਮੀਦ ਤੇ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੰਜਾਬ ਮੇਲ USA TV ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ